ਸਤਨਾਮ ਵਾਹਿਗੁਰੂ ਸਾਹਿਬ ਜੀ। ਵਣਜ ਕਰੋ ਵਣਜਾਰਿਓ, ਵਖਰ ਲਿਹੋ ਸਮਾਲ। ਤੈਸੀ ਵਸਤ ਵਿਸਾਹੀਐ, ਜੈਸੀ ਨਿਭੈ ਨਾਲ। ਅੱਗੇ ਸਾਹੋ ਸੁਜਾਨ ਹੈ, ਲੈਸੀ ਵਸਤ ਸਮਾਲ। ਭਾਈ ਰੇ ਰਾਮ ਕਹੋ ਚਿਤ ਲਾਇ। ਹਰ ਜਸ ਵਖਰ ਲੈ ਚਲਹੁ, ਸਹੁ ਦੇਖੈ ਪਤੀ ਆਏ। ਦੁੱਧ ਬਿਨ ਤਹਿ ਨਾ, ਪੰਖ ਬਿਨ ਪੰਖੀ। ਜਲ ਬਿਨ ਉਤਪੁਜ ਕਾਮ ਨਹੀਂ। ਕਿਆ ਸੁਲਤਾਨ ਸਲਾਮ ਵਿਹੂਣਾ, ਅੰਦੀ ਕੋਠੀ ਤੇਰਾ ਨਾਮ ਨਹੀਂ। ਕੀ ਵਿਸਰਹਿ ਦੁਖ ਬਹੁਤਾ ਲਾਗੈ, ਦੁਖ ਲਾਗੈ ਤੂੰ ਵਿਸਰ ਨਾਹੀ। ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ। ਮਾਟੀ ਕਾ ਕਿਆ ਤੋਪੈ ਸੁਆਮੀ, ਮਾਨਸ ਕੀ ਗਤ ਏਹੀ। ਬੇਸੁਮਾਰ ਅਥਾਹ ਗਨਤ ਤੋਲੈ, ਜੋ ਬੁਲਾਵੋ ਤਿਉ ਨਾਨਕ ਦਾਸ ਬੋਲੇ। ਸਤਨਾਮ ਵਾਹਿਗੁਰੂ ਸਾਹਿਬ ਜੀ। ਸੁਮੰਤਰ ਸਾਧ ਬਚਨਾ, ਕੋਟਿ ਦੋਖ ਬਿਨਾਸਨః। ਸੁਮੰਤਰ ਸਾਧ ਬਚਨਾ, ਕੋਟਿ ਦੋਖ ਬਿਨਾਸਨః। ਹਰ ਚਰਨ ਕਮਲ ਧਿਆਨੰ, ਨਾਨਕ ਕੁਲ ਸਮੂਹ ਉਦਾਹਰਣഃ। ਹਰ ਚਰਨ ਕਮਲ ਧਿਆਨੰ, ਨਾਨਕ ਕੁਲ ਸਮੂਹ ਉਦਾਹਰਣഃ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗਰੀਬ ਨਿਵਾਜ ਦੀਨਾਨਾਥ, ਦੀਨ ਬੰਧੂ, ਦੀਨ ਦਰਦ ਨਿਵਾਰਕ, ਦੀਨ ਪ੍ਰਤਪਾਲਕ, ਦੀਨ ਕਰੁਣਾਮੈ, ਦੀਨ ਰੱਖਿਅਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਨ ਦਇਆਲ ਪਾਤਸ਼ਾਹ। ਤਿਨਾਂ ਦੀ ਅਪਾਰ ਮਿਹਰਾਮਤ ਹੈ, ਦਇਆ ਬਖਸ਼ਿਸ਼ ਹੈ, ਜੋ ਆਪ ਸਭ ਗੁਰਸਿੱਖ ਸਤਸੰਗੀ ਜਨ ਗੁਰੂ ਕੀ ਬਖਸ਼ਿਸ਼ ਦੇ ਪਾਤਰ ਬਣਦਿਆਂ ਹੋਇਆਂ
ਸਤ ਸੰਗਤ ਰੂਪ ਵਿੱਚ ਜੁੜ ਬੈਠ ਕੇ ਗੁਰੂ ਕੀ ਬਖਸ਼ਿਸ਼ ਨੂੰ ਮਾਨਣ ਦਾ ਗੁਰਬਾਣੀ ਸ਼ਬਦ ਕੀਰਤਨ ਦੁਆਰਾ ਯਤਨ ਕਰ ਰਹੇ ਸੀ। ਬੜੇ ਸੁਭਾਗਸ਼ਾਲੀ ਹੋ। ਸਤਿਗੁਰੂ ਸਾਹਿਬ ਜੀ ਬਾਣੀ ਦੇ ਅੰਤਰਗਤ ਬਖਸ਼ਿਸ਼ ਕਰਦਿਆਂ ਫਰਮਾਉਂਦੇ ਨੇ, ਭਾਈ ਰੇ ਰਾਮ ਕਹੋ ਚਿਤ ਲਾਏ, ਹਰ ਜਸ ਵਖਰ ਲੈ ਚਲੋ, ਸਹੋ ਦੇਖੈ ਪਤੀ ਆਏ। ਜਿਵੇਂ ਸੰਸਾਰ ਦੇ ਵਿੱਚ ਹਰੇਕ ਚੀਜ਼ ਦੀ ਕਦਰ ਉਹਦੇ ਗੁਣ ਕਰਕੇ, ਉਹਦੀ ਵਿਸ਼ੇਸ਼ਤਾ ਕਰਕੇ, ਉਹਦੀ ਕਿਸੇ ਸ਼ੁਭ ਖੂਬੀਆਂ ਕਰਕੇ ਹੁੰਦੀ ਹੈ, ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਜਿਹੜਾ ਜੀਵ ਕਾਇਆ ਰੂਪੀ, ਸਵਾਸ ਰੂਪੀ, ਆਤਮ ਰੂਪ ਧਨ ਲੈ ਕੇ ਵਣਜਾਰੇ ਨੇ ਆਈ ਇਸ ਜਗਤ ਵਿੱਚ ਆਇਆ ਹੈ, ਅਤੇ ਜਦੋਂ ਜਿਸ ਮਾਲਕ ਦੇ ਦਰ ਤੋਂ ਇਹਦੇ ਜੀਵਨ ਦਾ ਸਮੁੱਚਾ ਸਫ਼ਰ ਆਰੰਭ ਹੋਇਆ ਹੈ, ਅਤੇ ਜੋ ਰਾਸ ਅਮੋਲਕ ਰਾਸ ਇਹਦੇ ਪੱਲੇ ਬੰਨ੍ਹ ਕੇ ਇਸ ਸੰਸਾਰ ਦੇ ਵਿੱਚ ਉੱਤਮ ਵਣਜ ਕਰਨ ਦੇ ਲਈ ਭੇਜਿਆ ਗਿਆ ਹੈ, ਤਾਂ ਉਹ ਮਾਲਕ ਦੀ ਇਹਦੇ ਉੱਪਰ ਸਦੀਵੀ ਨਜ਼ਰ ਹੈ। ਹਰ ਜਸ ਵਖਰ ਲੈ ਚੱਲੋ, ਸਹੋ ਦੇਖੈ ਪਤੀ ਆਏ। ਅਤੇ ਉਹ ਵਖਰ, ਉਹ ਧਨ, ਉਹ ਸਾਰੀ ਰਾਸ ਸੰਗ੍ਰਹਿਤ ਕਰੋ ਜਿਹੜੀ ਸ਼ੁਭ ਕਰਮਾਂ ਦੇ ਰੂਪ ਵਿੱਚ ਸਾਡੇ ਜੀਵਨ ਦਾ ਅਮੋਲਕ ਧਨ ਹੋਵੇ। ਭਾਵ ਕਿ ਜਿਵੇਂ ਅਸਲੀ ਕਰੰਸੀ ਗ੍ਰਹਿਣ ਕਰਦੇ ਹਾਂ ਤਾਂ ਕਿ ਉਹ ਜਿੱਥੇ ਵੀ ਜਾਵਾਂਗੇ ਚੱਲ ਜਾਵੇਗੀ, ਜੇ ਨਕਲੀ ਹੋਵੇਗੀ ਤਾਂ ਭਾਵੇਂ ਸਾਡੇ ਕਿਸੇ ਵਾਕਬ ਦੀ ਦੁਕਾਨ ਹੀ ਹੋਵੇ ਉੱਥੇ ਵੀ ਨਹੀਂ ਚੱਲੇਗੀ। ਤਾਂ ਗੁਰੂ ਸਾਹਿਬ ਜੀ ਕਹਿੰਦੇ ਹਰ ਜਸ, ਉਹ ਸ਼ੁਭ ਉੱਤਮ ਕਰਮ ਜਿਨ੍ਹਾਂ ਨੂੰ ਕਰਨ ਲੱਗਿਆ ਪਵਿੱਤਰਤਾ ਪੈਦਾ ਹੋਈ ਅਤੇ ਜਿਨ੍ਹਾਂ ਨੂੰ ਕਰਨ ਤੋਂ ਬਾਅਦ ਹਿਰਦਾ ਨਿਰਮਲ ਰਿਹਾ, ਐਸੇ ਸ਼ੁਭ ਕਰਮਾਂ ਦੀ ਬੰਦਗੀ ਰੂਪ, ਸੇਵਾ ਰੂਪ ਜਿਹੜੀ ਰਾਸ ਹੈ, ਇਹਨੂੰ ਪੱਲੇ ਬੰਨਣ ਦਾ ਯਤਨ ਕਰੋ, ਤਾਂ ਕਿ ਜਿਹੜਾ ਕਾਇਆ ਦੀ ਅਮੋਲਕਤਾ, ਸਵਾਸਾਂ ਦੀ ਅਮੋਲਕਤਾ ਵਾਲਾ ਧਨ ਮਿਲਿਆ ਹੈ, ਇਹ ਸਫਲਾ ਹੋ ਜਾਵੇ। ਅਤੇ ਇਹ ਉੱਤਮ ਸੋਝੀ ਸਾਧ ਸੰਗਤ ਦੁਆਰਾ, ਸਤ ਸੰਗਤ ਦੁਆਰਾ ਆਉਂਦੀ ਹੈ। ਆਪ ਜੀ ਬੜੇ ਸੁਭਾਗਸ਼ਾਲੀ ਹੋ ਜੋ ਐਸਾ ਨਿਰਮਲ ਯਤਨ ਕਰਕੇ ਗੁਰੂ ਕੀ ਬਖਸ਼ਿਸ਼ ਨੂੰ ਪ੍ਰਾਪਤ ਕਰਨ ਦਾ ਯਤਨ ਕਰ ਰਹੇ ਹੋ। ਪਾਵਨ ਬਾਣੀ ਦੀ ਲੜੀਵਾਰ ਵਿਆਖਿਆ ਨਾਲ ਜੁੜਨ ਦਾ ਯਤਨ ਕਰੀਏ ਜੀ। ਪਾਵਨ ਬਾਣੀ ਦੀ ਲੜੀਵਾਰ ਵਿਆਖਿਆ ਪ੍ਰਾਰੰਭ ਕਰਨ ਤੋਂ ਪਹਿਲਾਂ ਬੜੇ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੁਮੰਤਰ ਸਾਧ ਬਚਨਾ, ਕੋਟ ਦੋਖ ਬਿਨਾਸਨਹ। ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ, ਤਿਨਾਂ ਦੀ ਪਾਵਨ ਰਸਨਾ ਤੋਂ ਉਚਾਰਨ ਬਾਣੀ ਮਹੱਲਾ ਪੰਜਵਾਂ ਗਾਥਾ ਦੇ ਲੜੀਵਾਰ ਸਲੋਕਾਂ ਦੀ ਆਪ ਜੀ ਵਿਆਖਿਆ ਸ਼ਰਵਣ ਕਰ ਰਹੇ ਹੋ। ਲੜੀਵਾਰ ਬਾਣੀ ਵਿਆਖਿਆ ਦੇ ਅੰਤਰਗਤ ਗੁਰੂ ਅਰਜਨ ਸਾਹਿਬ ਜੀ ਨੇ ਕੱਲ੍ਹ ਵਾਲੇ ਪਿਛਲੇ ਸਲੋਕ ਦੇ ਵਿੱਚ ਗਾਥਾ ਗੂੜ ਅਪਾਰੰ ਸਮਝਣੰ ਬਿਰਲਾ ਜਨਹ, ਕਿ ਪਰਮੇਸ਼ਰ ਦੀ ਕਥਾ ਬੜੀ ਅਕੱਥ ਹੈ, ਬੜੀ ਗੂੜ ਹੈ, ਬੜੀ ਵਿਸ਼ਾਲ ਹੈ, ਨਾ ਜਲਦੀ ਕੀਤੇ ਕਥੀ ਜਾਣ ਸਕਣ ਵਾਲੀ ਹੈ। ਜੇ ਕਥ ਵੀ ਲਈ ਜਾਵੇ ਤਾਂ ਸਮਝਣਾ ਬੜਾ ਮੁਸ਼ਕਿਲ ਹੈ। ਇਹ ਵਿਰਲੇ ਗੁਰਸਿੱਖਾਂ ਦੇ ਜੀਵਨ ਦੀ ਘਾਲ ਹੁੰਦੀ ਹੈ, ਜਿਹੜੇ ਗਿਆਨ ਕਰਕੇ, ਭਾਵਨਾ ਕਰਕੇ ਪਰਮੇਸ਼ਰ ਦੀ ਕਥਾ ਨੂੰ ਬੁੱਝ ਕੇ ਅਤੇ ਆਪਣੇ ਜੀਵਨ ਵਿੱਚ ਵਸਾ ਕੇ ਸੰਸਾਰ ਦੀਆਂ ਵਾਸਨਾਵਾਂ ਤੋਂ ਮੁਕਤ ਹੋ ਜਾਂਦੇ ਹਨ। ਇਸੇ ਪ੍ਰਕਾਰ ਅੱਜ ਦੇ ਸਲੋਕ ਦੁਆਰਾ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਹਨ। ਸੁਮੰਤਰ ਸਾਧ ਬਚਨਾ, ਕੋਟ ਦੋਖ ਬਿਨਾਸਨਹ। ਮਨੁੱਖੀ ਜੀਵਨ ਦਾ ਇੱਕ ਕੁਦਰਤੀ ਸੁਭਾਅ ਹੈ, ਕਿਸੇ ਕਾਰਜ ਨੂੰ ਵੀ ਕਰਨਾ ਹੋਵੇ, ਆਪਣੇ ਪਾਸ ਭਾਵੇਂ ਨਿਸ਼ਚਿਤ ਸੋਧੀ ਹੋਈ ਅਕਲ ਹੋਵੇ, ਸੂਝ ਹੋਵੇ, ਸਮਝ ਹੋਵੇ, ਸਿਆਣਪ ਹੋਵੇ, ਤਾਂ ਵੀ ਮਨੁੱਖ ਸੋਚਦਾ ਹੈ ਕਿ ਇਸ ਦੇ ਨਾਲ ਸੰਬੰਧਿਤ ਜਿਹੜੇ ਵਡੇਰੀ ਜਾਂ ਹੋਰ ਸਮਝ ਰੱਖਣ ਵਾਲੇ ਇਨਸਾਨ ਹਨ, ਉਹਨਾਂ ਦੇ ਨਾਲ ਰਾਬਤਾ ਜ਼ਰੂਰ ਬਣਾਇਆ ਜਾਏ, ਤਾਂ ਕਿ ਉਹਨਾਂ ਦਾ ਦ੍ਰਿਸ਼ਟੀਕੋਣ, ਉਹਨਾਂ ਦੀ ਸਮਝ ਮੇਰੀ ਸਮਝ ਦੇ ਵਿੱਚ ਵਾਧਾ ਕਰ ਸਕੇ। ਇਸ ਤਰ੍ਹਾਂ ਦੇ ਸੁਹਿਰਦ ਇਨਸਾਨਾਂ ਦੀ ਸਦਾ ਹੀ ਇੱਕ ਤਰ੍ਹਾਂ ਦੀ ਲੋਚਾ ਤਲਾਸ਼ ਰਹਿੰਦੀ ਹੈ। ਤਾਂ ਗੁਰੂ ਸਾਹਿਬ ਜੀ ਸਲੋਕ ਵਿੱਚ ਬਖਸ਼ਿਸ਼ ਕਰ ਰਹੇ ਹਨ। ਸੁਮੰਤਰ ਸਾਧ ਬਚਨਾ, ਸਭ ਤੋਂ ਉੱਤਮ ਬਚਨ ਹੈ। ਮੰਤਰ ਦਾ ਭਾਵ ਹੈ ਕਿ ਜਿਹਦੇ ਜਪ ਕਰਕੇ ਕੋਈ ਮਨ ਕਾਮਨਾ ਦੀ ਸਿੱਧੀ ਕੀਤੀ ਜਾਵੇ, ਉਸ ਜਪ ਨੂੰ ਮੰਤਰ ਕਿਹਾ ਜਾਂਦਾ। ਤਾਂ ਗੁਰੂ ਸਾਹਿਬ ਜੀ ਕਹਿੰਦੇ ਸੋ ਮੰਤਰ, ਸਭ ਤੋਂ ਚੰਗੇ ਸ਼੍ਰੇਸ਼ਟ ਮੰਤਰ ਹਨ ਸਾਧ ਬਚਨਾ।
ਸਾਧ ਜਨਾਂ ਦੇ ਬਚਨ ਜਿਨ੍ਹਾਂ ਕਰਕੇ ਕੋਟ ਦੋਖ ਬਿਨਾਸਨਹ। ਤੇ ਕਰੋੜਾਂ, ਕੋਟ ਦਾ ਭਾਵ ਹੁੰਦਾ ਕਰੋੜਾਂ, ਦੋਖ ਦਾ ਭਾਵ ਹੁੰਦਾ ਦੋਸ਼, ਬਿਨਾਸਨ ਦਾ ਭਾਵ ਜਦ ਖਤਮ ਹੋ ਜਾਂਦੇ ਹਨ। ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਹਨ ਕਿ ਸਭ ਤੋਂ ਉੱਤਮ ਬਚਨ ਮੰਤਰ ਉਹ ਹਨ ਗੁਰਮੁਖਾਂ ਦੇ ਬਚਨ ਜਿਨ੍ਹਾਂ ਦੇ ਨਾਲ ਕਰੋੜਾਂ ਪਾਪਾਂ ਦਾ, ਦੋਸ਼ਾਂ ਦਾ ਜਿਹੜਾ ਭਾਵ ਹੈ, ਮੈਲ ਹੈ, ਉਹ ਹਰੀ ਜਾਂਦੀ ਹੈ। ਹੁਣ ਇਸ ਵਾਕ ਨੂੰ ਥੋੜ੍ਹਾ ਗੁਹਜ ਨੁਕਤੇ ਤੋਂ ਵਾਚਣ ਦਾ ਯਤਨ ਕਰੀਏ। ਸਤਿਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਹਨ ਸੁਮੰਤਰ। ਸਭ ਤੋਂ ਪਹਿਲਾਂ ਸੁਮੰਤਰ ਨੂੰ ਸਾਧ ਬਚਨਾਂ ਦੇ ਨਾਲ ਗੁਰੂ ਸਾਹਿਬ ਜੀ ਨੇ ਅੰਕਿਤ ਕੀਤਾ ਹੈ। ਇਹਦਾ ਭਾਵ ਜਿਹੜਾ ਗੁਰਮੁਖ ਸਾਧਨਾ ਕਰਕੇ ਪ੍ਰਪੱਕ ਹੋ ਗਿਆ ਹੈ, ਜਿਨ੍ਹੇ ਸਮ ਵਿਵਹਾਰ ਕਰਕੇ ਆਪਣੇ ਦਵੰਦ ਨੂੰ ਖਤਮ ਕਰ ਲਿਆ ਹੈ, ਜਿਹਦੇ ਹਿਰਦੇ ਅੰਦਰ ਦਵੈਸ਼ ਨਹੀਂ ਹੈ ਅਤੇ ਜਿਹਦਾ ਸਮੁੱਚਾ ਜੀਵਨ ਰੋਮ ਰੋਮ ਗੁਰਬਾਣੀ ਦੇ ਨਾਮ ਰਸ ਨਾਲ ਰਤਿਆ ਹੋਇਆ ਹੈ, ਤਾਂ ਗੁਰੂ ਸਾਹਿਬ ਜੀ ਕਹਿੰਦੇ ਸਾਧ ਬਚਨਾ। ਇਹਦਾ ਭਾਵ ਕਿ ਉਹ ਪਹਿਲਾਂ ਆਪਣੇ ਆਪ 'ਚ ਕੰਪਲੀਟ ਹੈ ਇੱਕ ਨੁਕਤੇ ਤੋਂ, ਅਤੇ ਉਸ ਤੋਂ ਬਾਅਦ ਹੁਣ ਉਹ ਕੰਪਲੀਟ ਹੋ ਗਿਆ ਅਤੇ ਉਹਨੇ ਆਪਣੇ ਆਪ ਨੂੰ ਅਕਿਰਿਆਸ਼ੀਲ ਨਹੀਂ ਰੱਖਣਾ ਗੁਰਮੁਖ ਨੇ। ਤਾਂ ਗੁਰਮੁਖ ਫਿਰ ਚੰਦਰਨ ਦੀ ਨਿਆਈ, ਉਹ ਨਾ ਵੀ ਚਾਹਵੇ, ਜੇ ਉਹ ਨਾ ਵੀ ਚਾਹਵੇ ਤਾਂ ਉਹਦੀ ਜਿਹੜੀ ਭਗਤੀ ਰੂਪ ਗੁਣਾ ਰੂਪ ਮਹਿਕ ਹੈ ਉਹ ਆਪਣੇ ਆਪ ਪਸਰਦੀ ਜਾਂਦੀ ਹੈ, ਪਰ ਉਹਦਾ ਜਿਹੜਾ ਸਭ ਤੋਂ ਠੀਕ ਅਸੈਂਸ ਹੁੰਦੀ ਹੈ ਉਹਦੇ ਬਚਨ ਦੁਆਰਾ ਹੁੰਦੀ ਹੈ ਕਿ ਜੋ ਉਹ ਗੱਲ ਆਖਦਾ ਹੈ। ਤਾਂ ਹੁਣ ਉਹ ਗੱਲ ਕਿਸੇ ਮਨੁੱਖੀ ਅਕਲ ਦੇ ਤਵਾਜ਼ਨ 'ਚੋਂ ਨਹੀਂ ਆਖਦਾ ਜਾਂ ਕਿਸੇ ਸੰਸਾਰੀ ਸੂਝ ਸਮਝ ਸਿਆਣਪ 'ਚੋਂ ਨਹੀਂ ਆਖਦਾ, ਉਹ ਗੱਲ ਆਪਣੀ ਸਾਧਨਾ 'ਚੋਂ ਆਖਦਾ ਹੈ। ਆਪਣੀ ਸਾਧਨਾ ਦਾ ਭਾਵ ਜਿਵੇਂ ਸੇਵਾ ਸਿਮਰਨ ਨੂੰ ਉਹਨੇ ਆਪਣੀ ਹਉਮੈ ਤਿਆਗ ਕੇ ਕਮਾਇਆ, ਉਹਦੇ ਕਮਾਉਣ ਨਾਲ ਉਹਦੇ ਜੀਵਨ 'ਚ ਸਮੁੱਚਾ ਪਰਿਵਰਤਨ ਵਾਪਰ ਗਿਆ ਅਤੇ ਜਿਹੜੀ ਅਕਲ ਦੇ ਤਕਾਜ਼ੇ ਸਨ ਉਹ ਮਗਰ ਰਹਿ ਗਏ ਜਾਂ ਅਕਲ ਦੇ ਤਕਾਜ਼ੇ ਛੁੱਟ ਗਏ। ਤਾਂ ਉੱਥੇ ਗੁਰੂ ਸਾਹਿਬ ਜੀ ਕਹਿੰਦੇ ਸੁਮੰਤਰ ਸਾਧ ਬਚਨਾ। ਇਹਦਾ ਮਤਲਬ ਗੁਰਮੁਖ ਦਾ ਕੀਤਾ ਹੋਇਆ ਬਚਨ ਉਹਦੇ ਤੋਂ ਉਹ ਉਚਾਰਦਾ ਨਹੀਂ ਜਾਂ ਉਹ ਕਹਿੰਦਾ ਨਹੀਂ, ਉਹਦੇ ਤੋਂ ਉਚਰਿਤ ਹੁੰਦਾ ਹੈ। ਉਚਰਿਤ ਹੋਣ ਦਾ ਭਾਵ ਕਿ ਉਹਦੀ ਬਚਨ ਕਰਨ ਦੀ ਪ੍ਰਵਿਰਤੀ ਵੀ ਸਹਿਜ ਹੋ ਜਾਂਦੀ ਹੈ। ਇਹ ਨਹੀਂ ਕਿ ਜਿਹੜਾ ਆਇਆ ਹਰ ਕਿਸੇ ਨੂੰ ਕਹੀ ਗਿਆ ਵੀ ਇਸ ਤਰ੍ਹਾਂ ਕਰੋ, ਇਸ ਤਰ੍ਹਾਂ ਕਰੋ। ਸੁਮੰਤਰ ਸਾਧ ਬਚਨਾਂ ਦਾ ਭਾਵ ਕਿ ਗੁਰਮੁਖ ਦਾ ਬਚਨ ਚੰਦਨ ਵਾਂਗ ਸਹਿਜ ਹੋ ਜਾਂਦਾ ਹੈ, ਪਾਣੀ ਵਾਂਗ ਉਹਦਾ ਜਿਹੜਾ ਬਚਨ ਕਹਿਣਾ ਉਹ ਸਹਿਜ ਹੋ ਜਾਂਦਾ। ਪਾਣੀ ਕਿਤੇ ਵੀ ਰੱਖ ਦਿਓ ਉਹਦਾ ਸੁਭਾਅ ਹੇਠਾਂ ਨੂੰ ਨਿਵਣ ਨੂੰ ਵਗਣਦਾ ਹੈ। ਤਾਂ ਗੁਰਮੁਖ ਦੇ ਅੰਦਰ ਜਿਹੜੀ ਦਇਆ ਪਈ ਹੈ, ਜਿਹੜਾ ਭਗਤੀ ਦਾ ਆਲਮ ਪੱਧਰ ਉਹਨੇ ਕਮਾਇਆ ਹੈ, ਉਹ ਫਿਰ ਉਹਦੇ ਬਚਨਾਂ ਦੁਆਰਾ ਸਹਿਜੇ ਹੀ ਪ੍ਰਗਟ ਹੋਣਾ ਸ਼ੁਰੂ ਹੋ ਜਾਂਦਾ। ਤਾਂ ਗੁਰੂ ਸਾਹਿਬ ਜੀ ਕਹਿੰਦੇ ਕੋਟ ਦੋਖ ਬਿਨਾਸਨ। ਔਰ ਪ੍ਰਗਟ ਕਿਉਂ ਹੁੰਦਾ, ਇਹਦਾ ਵੀ ਇੱਕ ਕਾਰਨ ਹੈ। ਅਤੇ ਗੁਰਮੁਖ ਬਚਨ ਕਿਉਂ ਕਰਦਾ ਹੈ, ਉਹਨੂੰ ਪਤਾ ਹੈ ਕਿ ਜਿਸ ਆਨੰਦ ਨੂੰ, ਜਿਸ ਸਕੂਨ ਨੂੰ ਜਾਂ ਜਿਸ ਅਧਿਆਤਮਿਕ ਅਵਸਥਾ ਦੇ ਸਿਖਰ ਨੂੰ, ਆਨੰਦ ਨੂੰ ਮੈਂ ਮਾਣ ਰਿਹਾ ਹਾਂ, ਤਾਂ ਇਹ ਪਰਮੇਸ਼ਰ ਦੀ ਬਖਸ਼ਿਸ਼ ਮੇਰੇ ਸਰੀਰ ਦੇ ਇਸ ਭਾਂਡੇ ਵਿੱਚ ਉਤਰੀ ਹੈ ਅਤੇ ਹੁਣ ਇਸ ਭਾਂਡੇ ਨੂੰ ਲੰਗਰ ਰੂਪ ਦੇ ਵਿੱਚ ਪਰਿਵਰਤ ਕਰ ਦੇਣਾ ਹੈ। ਲੰਗਰ ਰੂਪ ਦੇ ਵਿੱਚ ਭਾਵ ਕਿ ਸਾਰੇ ਜਿਤਨੇ ਵੀ ਜਗਿਆਸੂ ਰੂਪ ਅੱਗੇ ਖੜ੍ਹੇ ਹਨ ਉਹਨਾਂ ਦੇ ਵਿੱਚ ਆਪਣੀ ਅਧਿਆਤਮਿਕ ਰਾਸ ਨੂੰ ਸਾਂਝਿਆਂ ਕਰਦੇ ਜਾਣਾ ਹੈ ਤਾਂ ਕਿ ਉਹਨਾਂ ਦੇ ਜੀਵਨ ਦਾ ਵੀ ਕਲਿਆਣ ਹੋ ਜਾਵੇ। ਇਸ ਕਰਕੇ ਗੁਰਮੁਖ ਦੀ ਭਾਵਨਾ ਆਮ ਸੰਸਾਰੀਆਂ ਵਾਂਗ ਪਰਉਪਕਾਰ ਦੀ ਭਾਵਨਾ ਨਹੀਂ ਹੁੰਦੀ। ਜਿਵੇਂ ਅਸੀਂ ਆਮ ਸੰਸਾਰੀ ਕਿਸੇ ਦੇ ਪਰਉਪਕਾਰ ਕਰਦੇ ਹਾਂ ਤਾਂ ਉਹਦਾ ਇੰਨਾ ਭਾਵ ਹੁੰਦਾ ਕਿ ਉਹ ਸੁਖੀ ਹੋ ਜਾਵੇ, ਕਿ ਜੇ ਉਹ ਭੋਜਨ ਨਹੀਂ ਹੈ ਅਸੀਂ ਭੋਜਨ ਦੇ ਦਈਏ ਉਹਦੀ ਭੁੱਖ ਮਿਟ ਜਾਏ, ਕੱਪੜਾ ਨਹੀਂ ਹੈ ਕੱਪੜਾ ਦੇ ਦਈਏ ਤਾਂ ਉਹਦਾ ਨੰਗੇਜ ਢੱਕਿਆ ਜਾਏ, ਤਾਂ ਉਹਦਾ ਇੰਨਾ ਕੁ ਹੋ ਜਾਏ। ਸਾਡੇ ਪਰਉਪਕਾਰ ਦੀ ਜਿਹੜੀ ਦ੍ਰਿਸ਼ਟੀ ਇੰਨੀ ਕੁ ਹੁੰਦੀ ਹੈ। ਗੁਰਮੁਖ ਦੇ ਪਰਉਪਕਾਰ ਦੀ ਦ੍ਰਿਸ਼ਟੀ ਹੁੰਦੀ ਹੈ ਕਿ ਇਹ ਸਾਰੀ ਖਲਕਤ ਉਸ ਖਾਲਕ ਦੀ ਹੈ ਅਤੇ ਇਸ ਖਲਕਤ ਦੇ ਵਿੱਚ, ਇਸ ਖਲਕਤ ਨੂੰ ਭਰਪੂਰ ਕਰਨ ਦੇ ਲਈ ਜਿਹੜਾ ਅਧਿਆਤਮਿਕ ਆਨੰਦ ਦੀ ਰਾਸ ਹੈ ਉਹ ਪਰਮੇਸ਼ਰ ਨੇ ਮੈਨੂੰ ਬਖਸ਼ਿਸ਼ ਕੀਤੀ ਹੈ ਅਤੇ ਮੈਂ ਸਾਂਝੇ ਰੂਪ ਵਿੱਚ ਵਰਤਾਉਣੀ ਹੈ, ਤਾਂ ਕਿ ਜਿਨ੍ਹਾਂ ਨੂੰ ਨਹੀਂ ਵੀ ਖਬਰ ਕਿ ਆਤਮਿਕ ਆਨੰਦ ਕੀ ਹੁੰਦਾ ਹੈ ਉਹ ਵੀ ਉਸ ਖਬਰ ਦੇ ਸਹਿਤ ਹੋ ਕੇ ਉਸ ਪਰਮ ਅਕਾਲ ਪੁਰਖ ਦੀ ਸਿਫਤ ਸਲਾਹ ਕਰ ਸਕਣ, ਭਾਵ ਕਿ ਬਰਾਬਰੀ ਦੀ ਭਾਵਨਾ 'ਤੇ ਲਿਆਉਣ ਲਈ। ਹੁਣ ਸੰਸਾਰ ਦਾ ਕੋਈ ਵੀ ਐਸਾ ਦਾਨੀ ਨਹੀਂ ਜਿਹੜਾ ਇੰਨਾ ਦਾਨ ਕਰੇ ਕਿ ਜਿਸ ਲੋੜਵੰਦ ਨੂੰ ਮੈਂ ਦਾਨ ਕਰਾਂ ਉਹ ਮੇਰੇ ਬਰਾਬਰ ਆ ਜਾਏ। ਇਸ ਤਰ੍ਹਾਂ ਦਾ ਕੋਈ ਦਾਨੀ ਨਹੀਂ ਮਿਲੇਗਾ ਤੁਹਾਨੂੰ। ਦਾਨੀ ਵੀ ਹਮੇਸ਼ਾ ਇੱਕ ਜਗ੍ਹਾ ਆਪਣੇ ਅੰਦਰ ਇਹ ਭਾਵਨਾ ਰੱਖਦਾ ਹੈ ਕਿ ਉਤਨਾ ਕੁ ਹੀ ਦਾਨ ਕੀਤਾ ਜਾਵੇ ਜਿਹਦੇ ਨਾਲ ਅਗਲੇ ਦੀ ਵੀ ਮੰਗਤੇ ਵਾਲੀ ਹੋਂਦ ਬਣੀ ਰਹੇ ਅਤੇ ਮੇਰੀ ਵੀ ਦਾਨੀ ਵਾਲੀ ਹੋਂਦ ਬਣੀ ਰਹੇ। ਪਰ ਗੁਰਮੁਖ ਦਾ ਕੀਤਾ ਹੋਇਆ ਬਚਨ ਇਹਦੇ ਤੋਂ ਉੱਪਰ ਚਲਾ ਜਾਂਦਾ ਹੈ। ਉਹ ਇਸ ਭਾਵ ਦੇ ਵਿੱਚ ਜਾਂਦਾ, ਏਕ ਪਿਤਾ ਏਕਸ ਕੇ ਹਮ ਬਾਰਕ ਤੂੰ ਮੇਰਾ ਗੁਰ
ਹਾਈ ਉਹ ਬਰਾਬਰਤਾ 'ਤੇ ਲੈ ਆਉਂਦਾ ਹੈ। ਜਿਹੜੀ ਸੰਗਤ ਅਤੇ ਪੰਗਤ ਗੁਰੂ ਸਾਹਿਬ ਜੀ ਨੇ ਕਿਸੇ ਸਧਾਰਨ ਸਿਲਸਿਲੇ 'ਚ ਨਹੀਂ ਬਣਾਈ ਹੋਈ। ਇਹਦਾ ਗੁਹਜ ਅਰਥ ਇਹ ਹੈ ਕਿ ਇਹ ਗੁਰਮੁਖਾਂ, ਹੁਣ ਸੰਗਤ ਵੀ ਗੁਰਮੁਖ ਹੀ ਸਾਜਦੇ ਹਨ। ਆਮ ਮਨੁੱਖ ਸੰਗਤ ਨਹੀਂ, ਸੰਗਤ ਸਾਜ ਸਕਦੇ ਹਨ, ਸਤ ਸੰਗਤ ਨਹੀਂ ਸਾਜ ਸਕਦੇ, ਕਿਉਂਕਿ ਉਹਦੇ ਵਿੱਚ ਆਪਣੀ ਅਕਲ ਦੇ ਕਈ ਤਕਾਜ਼ੇ ਆ ਜਾਂਦੇ ਹਨ। ਤਾਂ ਗੁਰੂ ਸਾਹਿਬ ਜੀ ਕਹਿੰਦੇ ਸੁਮੰਤਰ ਸਾਧ ਬਚਨਾ, ਸਾਧ ਜਨਾਂ ਦੇ ਬਚਨ ਉੱਤਮ ਹੋ ਜਾਂਦੇ ਹਨ। ਕਿਉਂ? ਕਿਉਂਕਿ ਉਹਦੇ ਰੋਮ ਰੋਮ ਦੇ ਵਿੱਚ ਦਇਆ ਪਰਉਪਕਾਰ ਵਾਸ ਕਰਨਾ ਸ਼ੁਰੂ ਕਰ ਦਿੰਦਾ ਹੈ, ਅਤੇ ਫਿਰ ਉਸ ਪਰਉਪਕਾਰ ਨੂੰ ਕਿਸੇ ਵੀ ਰੂਪ ਵਿੱਚ ਕਿਰਿਆਸ਼ੀਲ ਕਰਨਾ ਹੋਵੇ ਉਵੇਂ ਦਾ ਬਚਨ ਕਰ ਦਿੰਦੇ ਹਨ। ਤਾਂ ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਫਿਰ ਉਹਨਾਂ ਦੇ ਬਚਨ ਕਮਾਉਣ ਦੇ ਨਾਲ ਕੋਟ ਦੋਖ ਵਿਨਾਸਨ, ਕਰੋੜਾਂ ਜਨਮਾਂਤਰਾਂ ਦੇ ਪਾਪਾਂ ਦਾ ਨਾਸ਼ ਹੁੰਦਾ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਇਸੇ ਪ੍ਰਕਾਰ ਜਦ ਪ੍ਰੋਫੈਸਰ ਪੂਰਨ ਸਿੰਘ ਜੀ ਜਾਪਾਨ ਦੇ ਵਿੱਚੋਂ ਨਾ ਆ ਗਏ, ਮਤਲਬ ਉਹਨਾਂ ਨੇ ਕੇਸ ਕਤਲ ਕਰਵਾ ਲਏ ਸਨ। ਅੰਮ੍ਰਿਤਸਰ ਸਿੱਖ ਐਜੂਕੇਸ਼ਨਲ ਕਾਨਫਰੰਸ ਹੋਈ ਤਾਂ ਉਸ ਤੋਂ ਪਹਿਲਾਂ ਬੜਿਆਂ ਨੇ ਕਿਹਾ ਕਿ ਜੀ ਐਡੇ ਵੱਡੇ ਸਾਡੇ ਗੁਰਮੁਖ ਪਰਿਵਾਰ ਦੇ ਬੱਚੇ ਸਨ, ਬਾਹਰ ਜਾ ਕੇ ਕੇਸ ਕਤਲ ਕਰਾਏ ਨੇ। ਤਾਂ ਭਾਈ ਵੀਰ ਸਿੰਘ ਨੂੰ ਕਿਹਾ ਕਿ ਤੁਸੀਂ ਇਹਨਾਂ ਨੂੰ ਪ੍ਰੇਰਣਾ ਕਰੋ ਵੀ ਕੇਸ ਰੱਖ ਲੈਣ, ਗੁਰਸਿੱਖ ਘਰ ਦੇ ਬੱਚੇ ਨੇ, ਚੰਗੇ ਨਹੀਂ ਲੱਗੀਦਾ। ਤਾਂ ਉਹ ਕਹਿੰਦੇ ਮੈਂ ਇਹ ਗੱਲ ਨਹੀਂ ਕਹਿ ਸਕਦਾ, ਕਿ ਇਹ ਗੱਲ ਕਹਿਣੀ ਮੇਰੀ ਸਮਰੱਥਾ ਨਹੀਂ ਹੈ। ਉਹਨਾਂ ਨੇ ਚਲੋ ਉਹ ਵੀ ਨਿਰਾਸ਼ ਹੋ ਕੇ ਕਹਿਣ ਵਾਲੇ ਕਿ ਹੁਣ ਭਾਈ ਵੀਰ ਸਿੰਘ ਦੀ ਹਸਤੀ ਵੱਡੀ ਸੀ, ਇੰਨਾ ਹੀ ਇਨਕਾਰ ਕਰ ਦਿੱਤਾ ਹੈ। ਜਦੋਂ ਉਹਨਾਂ ਨੂੰ, ਕਿਉਂਕਿ ਸਾਇੰਸ ਦੇ ਵਿਦਿਆਰਥੀ ਸਨ, ਵਿਗਿਆਨਕ ਸਨ, ਤਾਂ ਜਦੋਂ ਉਹਨਾਂ ਨੂੰ ਬੋਲਣ ਦਾ ਸਮਾਂ ਦਿੱਤਾ ਗਿਆ, ਐਜੂਕੇਸ਼ਨਲ ਕਾਨਫਰੰਸ ਸੀ, ਬੋਲ ਕੇ ਹਟੇ, ਤਾਂ ਭਾਈ ਵੀਰ ਸਿੰਘ ਨੇ ਸਹਿਜੇ ਆਵਾਜ਼ ਮਾਰ ਲਈ ਕਿ ਪੂਰਨ ਸਿੰਘ ਤੇਰਾ ਲੈਕਚਰ ਬੜਾ ਵਧੀਆ, ਤੈਨੂੰ ਆਸ਼ੀਰਵਾਦ ਦੇਣਾ। ਤਾਂ ਜਦੋਂ ਆਏ ਤਾਂ ਉਹ ਤੈਨੂੰ ਸਨਮਾਨ ਦੇਣਾ ਹੈ, ਉਹ ਨੇੜੇ ਆਏ, ਉਹਨਾਂ ਨੇ ਉਹਦੇ ਗੋਡੀ ਹੱਥ ਪੈਰ ਸਪਰਸ਼ ਕੀਤੇ, ਤਾਂ ਉਹਨਾਂ ਨੇ ਉਹਦੇ ਮੋਢੇ 'ਤੇ ਹੱਥ ਰੱਖਿਆ ਅਤੇ ਨਾਲ ਹੀ ਸਿਰ 'ਤੇ ਹੱਥ ਰੱਖ ਦਿੱਤਾ। ਤਾਂ ਸਿਰ 'ਤੇ ਵਾਲ ਸਨ, ਤਾਂ ਉਹ ਕੱਟੇ ਹੋਏ ਸਨ, ਜਿਹੜੇ ਕਤਲ ਕੀਤੇ ਹੋਏ ਸਨ। ਤਾਂ ਭਾਈ ਵੀਰ ਸਿੰਘ ਨੇ ਉਹਨਾਂ ਦੇ ਕੇਸਾਂ ਨੂੰ ਛੋਹ ਕੇ ਜਿਹੜੇ ਕੱਟੇ ਹੋਏ ਸਨ, ਸੁਭਾਵਿਕ ਕਿਹਾ ਕਿ ਪੂਰਨ ਸਿੰਘ ਤੇਰੇ ਜਿਹੜੇ ਕੇਸ ਹਨ ਬੜੇ ਮੁਲਾਇਮ ਹਨ। ਸਿਰਫ ਇੰਨੇ ਵਾਕ ਕਹੇ ਉਹਨਾਂ ਨੇ ਵੀ ਤੇਰੇ ਕੇਸ ਬੜੇ ਮੁਲਾਇਮ ਹਨ। ਤਾਂ ਪ੍ਰੋਫੈਸਰ ਪੂਰਨ ਸਿੰਘ ਜੀ ਨੇ ਆਪਣੀ ਇੱਕ ਪੁਸਤਕ ਵਿੱਚ ਲਿਖਿਆ ਕਿ ਭਾਈ ਵੀਰ ਸਿੰਘ ਦੇ ਇਹ ਵਾਕ ਸੁਣਨ ਤੋਂ ਬਾਅਦ ਮੇਰਾ ਅੰਦਰ ਕੰਬ ਗਿਆ ਕਿ ਇੰਨੇ ਮੁਲਾਇਮ ਕੇਸਾਂ ਦੇ ਉੱਪਰ ਮੈਂ ਲੋਹੇ ਦੀ ਕੈਂਚੀ ਚਲਾਈ। ਤਾਂ ਕਹਿੰਦੇ ਉਸ ਤੋਂ ਬਾਅਦ ਉਹਨਾਂ ਜੀਵਨ ਪ੍ਰਵਿਰਤ ਹੋ ਗਿਆ ਅਤੇ ਫਿਰ ਸਿੱਖੀ ਦੀ ਮੁੱਖ ਧਾਰਾ ਵਿੱਚ ਆ ਗਏ। ਸੁਮੰਤਰ ਸਾਧ ਬਚਨਾ, ਹੁਣ ਉਦਾਹਰਨ ਦੇ ਤੌਰ 'ਤੇ ਜਦੋਂ ਭਾਈ ਵੀਰ ਸਿੰਘ ਨੇ ਇਹ ਗੱਲ ਕਹੀ ਹੈ ਕਿ ਤੇਰੇ ਕੇਸ ਮੁਲਾਇਮ ਹਨ, ਪਹਿਲੇ ਨਜ਼ਰੀਏ ਤੋਂ ਤਾਂ ਲੱਗਦਾ ਹੈ ਕਿ ਸਧਾਰਨ ਵਾਕ ਹੈ, ਪਰ ਇਹਦੇ ਵਿੱਚ ਦੇਖਣਾ ਪਏਗਾ ਕਿ ਜਦੋਂ ਭਾਈ ਵੀਰ ਸਿੰਘ ਦੀ ਨਾਮ ਰਸੀ ਦੇਹ ਨੇ ਪ੍ਰੋਫੈਸਰ ਪੂਰਨ ਸਿੰਘ ਦੇ ਸਿਰ ਨੂੰ ਛੋਹ ਕੀਤੀ ਅਤੇ ਉਹਨੇ ਇਕੱਲਾ ਉਹਨੂੰ ਬਚਨ ਨਹੀਂ ਰਹਿਣ ਦਿੱਤਾ। ਉਸ ਬਚਨ ਦੇ ਜਿਹਦੇ ਵਿੱਚ ਅਧੂਰੇਪਣ 'ਚ ਪ੍ਰੋਫੈਸਰ ਪੂਰਨ ਸਿੰਘ ਚੱਲ ਰਿਹਾ, ਉਹਨੂੰ ਬਚਨ ਨੂੰ ਪੂਰਿਆਂ ਕਰਨ ਦੀ ਗੁਰਮੁਖੀ ਛੋਹ ਦੇ ਨਾਲ ਤਾਕਤ ਵੀ ਉਹਦੇ ਅੰਦਰ ਚਲੀ ਗਈ ਹੈ, ਉਹਦੇ ਹਿਰਦੇ ਦੇ ਅੰਦਰ ਕੰਬਣ ਛਿੜਿਆ। ਤਾਂ ਗੁਰੂ ਸਾਹਿਬ ਜੀ ਕਹਿੰਦੇ ਕੋਟ ਦੋਖ ਵਿਨਾਸਨ। ਹੁਣ ਕਈ ਵਾਰੀ ਆਮ ਕਰਕੇ ਤੁਸੀਂ ਦੇਖੋ ਕਿ ਹੱਥ ਸਿਰ 'ਤੇ ਕਿਉਂ ਰੱਖਿਆ ਜਾਂਦਾ ਹੈ? ਜਦੋਂ ਕੋਈ ਆਸ਼ੀਰਵਾਦ ਦਿੰਦਾ ਹੈ ਉਹਦਾ ਕਾਰਨ ਕੀ ਹੈ? ਉਹਦਾ ਭਾਵ ਹੈ ਕਿ ਮੇਰੀ ਦੇਹ ਦਾ ਬਲ ਇਹਨਾਂ ਦੁਆਰਾ ਪ੍ਰਗਟ ਹੁੰਦਾ ਹੈ। ਜੇ ਲਿਖਣੀ ਕਰਾਂ, ਇਹਦੇ ਦੁਆਰਾ ਚੁੱਕਣਾ ਕਰਾਂ, ਕੁਝ ਵੀ ਕਰਾਂ, ਤਾਂ ਮੇਰੀ ਹੋਂਦ ਇਹਨਾਂ ਦੁਆਰਾ ਬਣਦੀ ਹੈ। ਤਾਂ ਇਹੀ ਹੋਂਦ ਮੇਰੇ ਬਲ ਨੂੰ ਪ੍ਰਗਟ ਕਰਦੀ ਹੈ, ਅਤੇ ਮੇਰੇ ਅੰਦਰ ਜਿਹੜਾ ਬਲ ਵਰਤ ਰਿਹਾ ਹੈ ਉਹ ਕਿਸੇ ਦੇ ਸਿਰ ਨੂੰ ਛੋਹ ਕੇ ਉਹਦੇ ਜੀਵਨ ਦਾ ਤਾਣ ਬਣ ਜਾਵੇ, ਤਾਂ ਕਰਕੇ ਅਸੀਂ ਉਹਦੇ ਸਿਰ ਨੂੰ ਹੱਥ ਛਾਉਂਦੇ ਹਾਂ। ਤਾਂ ਗੁਰੂ ਸਾਹਿਬ ਜੀ ਕਹਿੰਦੇ ਕੋਟ ਦੋਖ ਵਿਨਾਸਨ, ਅਤੇ ਗੁਰਮੁਖ ਦੀ ਭਾਵਨਾ ਪਰਉਪਕਾਰੀ ਹੁੰਦੀ ਹੈ। ਹੁਣ ਕਈ ਨਾ ਮਿਲਣਗੇ ਇਸ ਤਰ੍ਹਾਂ ਦੇ, ਬਹੁਤ ਦੇਖੇ ਹੋਏ ਨੇ, ਉਹ ਬੜੇ ਇੱਕ ਦੂਜੇ ਨੂੰ ਬਚਨਾਂ ਦੀ ਸਾਂਝ ਕਰਨਗੇ, ਪਰ ਬਚਨਾਂ ਦੀ ਸਾਂਝ ਕਰਨਗੇ ਨਾ ਬਚਨਾਂ ਦਾ ਅਸਰ ਹੁੰਦਾ ਹੈ, ਅਤੇ ਨਾ ਮੈਨੂੰ ਕਈ ਕਹਿਣਗੇ ਜੀ ਕਿਸ ਦੇ ਕਹੇ ਬਚਨ ਦਾ ਅਸਰ ਕਿਉਂ ਨਹੀਂ ਹੁੰਦਾ। ਮੈਂ ਕਿਹਾ ਉਹਨੇ ਸੁਹਿਰਦ ਭਾਵਨਾ ਦੇ ਵਿੱਚੋਂ ਨਹੀਂ ਕਿਹਾ ਹੁੰਦਾ। ਬਹੁਤੀ ਵਾਰੀ ਉਹਨੇ ਲੋਕਾਚਾਰੀ 'ਚੋਂ ਕਿਹਾ ਹੁੰਦਾ ਕਿ ਚੱਲ ਮੈਂ ਸਿਆਣਾ ਜਿਹਾ ਬਣ ਜਾਵਾਂ ਇਹਨੂੰ ਆਹ ਗੱਲ ਕਹਿ ਕੇ। ਬਹੁਤੀ ਵਾਰੀ ਦੁਨੀਆ 'ਚ ਗਿਆਨ ਸਲਾਹਾਂ ਇਸੇ ਕਰਕੇ ਹੀ ਵੰਡੀਆਂ ਜਾਂਦੀਆਂ ਨੇ ਕਿ ਲੋਕ ਕਹਿਣ ਕਿ ਮੈਂ ਇਹ ਬੜਾ ਸਿਆਣਾ ਹੈ, ਲੋਕਾਂ ਨੂੰ ਸਲਾਹਾਂ ਬੜੀਆਂ ਦਿੰਦਾ ਹੈ, ਅੰਦਰ ਕੋਈ ਸੁਹਿਰਦ ਭਾਵਨਾ ਨਹੀਂ ਹੁੰਦੀ। ਤਾਂ ਗੁਰੂ ਸਾਹਿਬ ਜੀ ਕਹਿੰਦੇ ਇਸੇ ਪ੍ਰਕਾਰ, ਕਿਉਂਕਿ ਗੁਰਮੁਖ ਦੇ ਅੰਦਰ ਉਹ ਮਾਲਕ ਦਾ ਦਇਆ ਦਾ ਗੁਣ ਉੱਤਰ ਚੁੱਕਿਆ ਹੁੰਦਾ ਹੈ, ਅਤੇ ਗੁਰਮੁਖ ਦੇ ਫਿਰ ਰੱਜ ਨਹੀਂ ਆਉਂਦਾ, ਉਹਨੂੰ ਆਉਂਦਾ ਨਹੀਂ ਰੱਜ ਕੇ ਮੇਰੀ ਇਹ ਦਇਆ ਮੇਰੇ ਅੰਦਰ ਸਮਾਈ ਰਹੇ। ਉਹ ਫਿਰ ਵੰਡ ਕੇ ਹੀ ਖੁਸ਼ ਹੁੰਦਾ ਹੈ। ਜਿਹੜਾ ਵੰਡ ਛਕੋ ਦਾ ਸਿਧਾਂਤ ਇਹਦੇ ਵਿੱਚੋਂ ਹੀ ਬਣਿਆ ਹੋਇਆ ਹੈ। ਉਹ ਕੇਵਲ ਇਹ ਨਹੀਂ ਕਿ ਮੇਰੇ ਕੋਲ 1000 ਰੁਪਇਆ ਆ ਗਿਆ ਅਤੇ 800 ਮੇਰੀ ਲੋੜ ਪੂਰੀ ਹੋ ਰਹੀ, 200 ਮੈਂ ਵੰਡਣਾ ਚਾਹਾਂ, ਇਹਦੇ ਵਿੱਚ ਨਹੀਂ ਪੂਰਾ ਹੁੰਦਾ। ਉਹ ਵੰਡ ਛਕੋ ਇਹਦੇ ਵਿੱਚ ਪੂਰਾ ਹੁੰਦਾ ਹੈ ਕਿ ਮੈਂ ਭਾਵੇਂ ਰੱਜਿਆ ਹੋਇਆ ਹਾਂ, ਮੈਨੂੰ ਆਪਣੇ ਰੱਜ ਨਾਲ ਰੱਜ ਨਹੀਂ ਆ ਰਿਹਾ,
ਜਦੋਂ ਮੈਂ ਸਗਲੀ ਕਾਇਨਾਤ ਨੂੰ ਆਪਣੇ ਭੋਜਨ ਵਿੱਚ, ਆਪਣੀ ਬੰਦਗੀ ਵਿੱਚ, ਆਪਣੇ ਗਿਆਨ ਦੀ ਚਰਚਾ ਵਿੱਚ ਸ਼ਾਮਲ ਕਰ ਲਵਾਂਗਾ, ਉਦੋਂ ਮੇਰਾ ਵੰਡ ਛਕਣਾ ਪੂਰਾ ਹੋਏਗਾ। ਤਾਂ ਗੁਰੂ ਸਾਹਿਬ ਜੀ ਕਹਿੰਦੇ ਕੋਟ ਦੋਖ ਬਿਨਾਸਨ, ਅਤੇ ਸਾਧਨਾ ਦੇ ਗੁਰਮੁਖਾਂ ਜਨਾਂ ਦੇ ਉੱਤਮ ਬਚਨ ਕਮਾਉਣ ਦੇ ਨਾਲ ਜੀਵਨ ਦੇ ਕਰੋੜਾਂ ਦੋਸ਼ ਜਿਹੜੇ ਹਨ ਉਹ ਬਿਨਸ ਜਾਂਦੇ ਹਨ। ਤਾਂ ਇਸੇ ਪ੍ਰਕਾਰ ਕਿਸੇ ਸੂਫੀ ਫਕੀਰ ਦੇ ਜੀਵਨ ਦੀ ਗੱਲ ਹੈ। ਤਾਂ ਇੱਕ ਉਹਦੇ ਕੋਲੋਂ ਕਿਸੇ ਇਨਸਾਨ ਨੇ ਉਹਦਾ ਭਲਾ ਕਰਨ ਦੇ ਲਈ, ਕਿ ਕੋਈ ਦੁਸ਼ਟ ਇਨਸਾਨ ਸੀ, ਉਹਨੂੰ ਸੂਫੀ ਫਕੀਰ ਦੇ ਕੋਲੋਂ ਲੈ ਗਿਆ। ਕਹਿਣ ਲੱਗਾ ਜੀ ਇਹ ਬੜੇ ਐਬਾਂ ਵਾਲਾ ਹੈ, ਬੜੇ ਗੁਨਾਹਾਂ ਵਾਲਾ ਹੈ, ਅਤੇ ਤੁਸੀਂ ਇਹਨੂੰ ਥੋੜ੍ਹਾ ਜਿਹਾ ਪ੍ਰੇਰੋ, ਥੋੜ੍ਹਾ ਜਿਹੇ ਇਹਦੇ ਕਰਮ ਸਹੀ ਹੋ ਜਾਣ। ਉਹ ਸੂਫੀ ਫਕੀਰ ਕਹਿਣ ਲੱਗਾ ਇਹਦੇ ਵਿੱਚ ਕੋਈ ਐਬ ਨਹੀਂ, ਇਹਦੇ ਵਿੱਚ ਕੋਈ ਔਗਣ ਨਹੀਂ, ਇਹਦੇ ਵਿੱਚ ਕੋਈ ਗਲਤੀ ਨਹੀਂ। ਉਹ ਜਿਹੜਾ ਇਨਸਾਨ ਲੈ ਕੇ ਗਿਆ ਸੀ ਉਹ ਕਹਿਣ ਲੱਗਾ ਜੀ ਇਹ ਕਿਸ ਤਰ੍ਹਾਂ ਹੋ ਸਕਦਾ, ਤੁਸੀਂ ਬਿਲਕੁਲ ਉਲਟ ਗੱਲ ਕਹਿ ਰਹੇ ਹੋ, ਬਿਲਕੁਲ ਉਲਟ ਗੱਲ ਕਹਿ ਰਹੇ ਹੋ। ਸਾਰੇ ਨਗਰ ਨੂੰ ਪੁੱਛ ਲਓ, ਇਹਦੇ ਵਿੱਚ ਸਭ ਤੋਂ ਜਿੰਨੇ ਐਬ ਨੇ ਸਾਰੇ ਇਹਦੇ ਵਿੱਚ ਨੇ। ਦੁਨੀਆ ਦੇ ਜਿੰਨੇ ਭਿਆਨਕ ਗੁਨਾਹ ਨੇ ਇਹਨੇ ਕੀਤੇ ਹੋਏ ਨੇ, ਅਤੇ ਤੁਸੀਂ ਕਹਿ ਰਹੇ ਹੋ ਇਹਦੇ ਵਿੱਚ ਕੋਈ ਐਬ ਨਹੀਂ ਹੈ, ਕੋਈ ਗੁਨਾਹ ਨਹੀਂ ਹੈ, ਕੋਈ ਔਗਣ ਨਹੀਂ ਹੈ। ਘੱਟੋ ਘੱਟ ਇਸ ਗੱਲ ਦਾ ਤਾਂ ਸੱਚ ਰੱਖੋ। ਉਹ ਸੂਫੀ ਫਕੀਰ ਨੇ ਬੜੀ ਕਮਾਲ ਦੀ ਗੱਲ ਕਹੀ। ਕਹਿੰਦਾ ਜੇ ਇਹਨੂੰ ਪਹਿਲਾਂ ਖਿਆਲ ਦੇ ਤੌਰ 'ਤੇ ਇਹਦੇ ਐਬਾਂ ਤੋਂ, ਇਹਦੇ ਔਗਣਾਂ ਦੇ, ਇਹਦੇ ਗੁਨਾਹਾਂ ਤੋਂ ਮੁਕਤ ਕਰੂੰਗਾ, ਤਾਂ ਹੀ ਤਾਂ ਫਿਰ ਇਹ ਕਰਮ ਰੂਪ ਦੇ ਵਿੱਚ ਆਪਣੇ ਗੁਨਾਹਾਂ ਤੋਂ ਮੁਕਤ ਹੋਏਗਾ। ਕਹਿੰਦਾ ਜਦੋਂ ਇਹਨੇ ਪਹਿਲੀ ਦਫਾ ਗੁਨਾਹ ਕੀਤਾ, ਉਦੋਂ ਇਹਨੂੰ ਇਹਦਾ ਗੁਨਾਹ ਹੀ ਚੇਤੇ ਕਰਾਇਆ ਗਿਆ, ਇਹਨੂੰ ਇਹਦੀ ਪਵਿੱਤਰਤਾ ਨਹੀਂ ਯਾਦ ਕਰਾਈ ਗਈ। ਭਾਵ ਕਿ ਪਹਿਲੀ ਦਫਾ ਜਦੋਂ ਇਹਨੇ ਕਿਸੇ ਦਾ ਕਤਲ ਕੀਤਾ ਤਾਂ ਇਹਨੂੰ ਇਹ ਨਹੀਂ, ਇਹਨੂੰ ਇਹੀ ਦੱਸਿਆ ਗਿਆ, ਇਹਨੂੰ ਇਹੀ ਕਿਹਾ ਗਿਆ ਕਿ ਤੂੰ ਕਤਲ ਹੈ, ਤੂੰ ਕਾਤਲ ਕਾਤਲ ਹੈ, ਕਤਲ ਕੀਤਾ, ਤੂੰ ਪਾਪ ਕੀਤਾ। ਇਹਨੂੰ ਇਹ ਨਹੀਂ ਯਾਦ ਕਰਾਇਆ ਗਿਆ ਕਿ ਜਿਸ ਜੀਵ ਨੂੰ ਤੂੰ ਕਤਲ ਕੀਤਾ ਉਹਦੇ ਅੰਦਰ ਵੀ ਮਾਲਕ ਦੀ ਜੋਤ ਵਸਦੀ ਸੀ, ਅਤੇ ਤੂੰ ਮਨੁੱਖ ਹੁੰਦਿਆਂ ਹੋਇਆਂ ਵੀ ਹੈਵਾਨ ਵਰਗਾ ਕਰਮ ਕਿਵੇਂ ਕਰ ਗਿਆ। ਕਹਿੰਦਾ ਇਹ ਵਾਕ ਨਾ ਕਹਿਣ ਕਰਕੇ ਇਹ ਅਪਰਾਧੀ ਪੁਣੇ ਦੀ ਖਾਈ ਦੇ ਵਿੱਚ ਡਿੱਗ ਪਿਆ, ਅਤੇ ਅੱਜ ਇੰਨੇ ਅਵਗੁਣ ਇਹਦੇ ਜੀਵਨ ਵਿੱਚ ਭਰ ਗਏ ਨੇ। ਇਸ ਕਰਕੇ ਪਹਿਲੇ ਪੱਧਰ 'ਤੇ ਮੁਕਤ ਕਰਨ ਦੇ ਲਈ ਇਹਨੂੰ ਇਹ ਕਹਿਣਾ ਜ਼ਰੂਰੀ ਹੈ ਕਿ ਤੇਰੇ ਅੰਦਰ ਕੋਈ ਐਬ ਨਹੀਂ। ਮੈਂ ਕਈ ਵੱਡੇ ਬੰਦਗੀ ਵਾਲੇ ਪੁਰਸ਼ ਦੇਖੇ ਹਨ, ਕਦੇ ਪੂਰਨ ਮਹਾਤਮਾ ਤੁਹਾਨੂੰ ਮਿਲਣ ਤਾਂ ਉਹਨਾਂ ਦੇ ਵਾਕ ਨੋਟ ਕਰਿਓ। ਉਹ ਸਾਰਿਆਂ ਨੂੰ ਕਹਿਣਗੇ ਆਹ ਭਲਿਆ ਪੁਰਸ਼ਾ। ਭਲੇ ਪੁਰਸ਼ ਦਾ ਮਤਲਬ ਕੀ ਹੈ ਕਿ ਉਹ ਪਹਿਲਾਂ ਮੰਨ ਕੇ ਚੱਲਦੇ ਨੇ ਕਿ ਕਿਸੇ ਅੰਦਰ ਅਵਗੁਣ ਹੈ ਹੀ ਨਹੀਂ। ਮਤਲਬ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਇਹਦੇ ਜਿਹੜੇ ਅੰਦਰ ਅਵਗੁਣ ਨੇ, ਗੁਨਾਹ ਨੇ, ਉਹ ਉਦੋਂ ਪੈਦਾ ਹੋਏ ਨੇ ਜਦੋਂ ਇਹ ਆਪਣੀ ਪਰਮ ਸਰੂਪ ਦੀ ਸੋਝੀ ਤੋਂ ਹੇਠਾਂ ਆ ਗਿਆ। ਜਦੋਂ ਬੰਦਾ ਨਿਵਾਣ 'ਤੇ ਆਉਂਦਾ ਹੈ ਉਦੋਂ ਜੀਵਨ 'ਚ ਅਵਗੁਣ ਆਉਂਦੇ ਹੀ ਆਉਂਦੇ ਨੇ। ਅਤੇ ਸਾਡੀ ਜਿਹੜਾ ਜਨਮ ਸਮੇਂ ਉਚਾਈ ਸੀ, ਸਾਡੀ ਅੰਦਰ ਦੀ ਆਤਮਿਕ ਉਚਾਈ ਸੀ, ਉਹਦੇ ਵਿੱਚ ਤਾਂ ਕੋਈ ਐਬ ਨਹੀਂ ਸੀ। ਇਸੇ ਪ੍ਰਕਾਰ ਅਫਰੀਕਾ ਵੱਲ ਇੱਕ ਕਬੀਲਾ ਹੈ, ਉਹਦੇ ਵਿੱਚ ਕੋਈ ਉਹਨਾਂ ਦੇ ਖਾਨਦਾਨ ਦੇ ਵਿੱਚ ਕੋਈ ਬੰਦਾ ਪਾਪ ਕਰਦਾ ਹੈ ਨਾ, ਤਾਂ ਕੀ ਕੀਤਾ ਜਾਂਦਾ ਕਿ ਉਹਨੂੰ ਗੁਨਾਹ ਕੀਤੇ ਉਹਨੂੰ ਕੁਝ ਕਰਦੇ ਨੂੰ ਕੋਈ ਮਾਰ ਸਜ਼ਾ ਨਹੀਂ ਦਿੰਦੇ, ਉਹਨੂੰ ਕਰਦੇ ਨੇ ਕਿ ਉਹ ਚੌਂਕ ਦੇ ਵਿੱਚ ਲਿਆ ਕੇ ਖਿਲਾਰ ਦਿੰਦੇ ਨੇ। ਤਾਂ ਫਿਰ ਬਚਪਨ ਸਮੇਂ ਜਿਹੜਾ ਉਹਨੂੰ ਲੋਰੀ ਰੂਪ 'ਚ ਗੀਤ ਸੁਣਾਇਆ ਹੁੰਦਾ ਹੈ, ਉਹ ਸਾਰੇ ਕਬੀਲੇ ਦੇ ਲੋਕ ਨਾ ਆਲੇ ਦੁਆਲੇ ਹੋ ਕੇ ਇਕੱਠਾ ਹੋ ਕੇ ਗੀਤ ਗਾਉਂਦੇ ਨੇ ਬੜਾ ਚਿਰ। ਤਾਂ ਉਹਨਾਂ ਦਾ ਮਤਲਬ ਇਹ ਵਿਸ਼ਵਾਸ ਹੈ ਕਿ ਜਿਹੜਾ ਬਚਨ ਦੀ ਇਨੋਸੈਂਸ ਵਾਲਾ ਜਿਹੜਾ ਬਚਪਨ ਦੇ ਵਿੱਚ ਇਹਨੂੰ ਗੀਤ ਸੁਣਾਇਆ ਗਿਆ ਸੀ, ਅਤੇ ਉਹ ਇਨੋਸੈਂਸ ਭੰਗ ਹੋ ਗਈ ਅਤੇ ਹੁਣ ਇਹ ਅਪਰਾਧੀ ਬਣ ਗਿਆ। ਉਸ ਸੰਗੀਤ ਦੇ ਪ੍ਰਭਾਵ ਨਾਲ ਮੁੜ ਇਹਨੂੰ ਇਹਦੀ ਮਾਸੂਮੀਅਤ ਵਿੱਚ ਉਤਾਰੀਏ ਤਾਂ ਕਿ ਦੁਬਾਰਾ ਇਹ ਜਿਹੜਾ ਹੈ ਸਹੀ ਜੀਵਨ ਵਾਲੇ ਪਾਸੇ ਆ ਸਕੇ। ਤਾਂ ਗੁਰੂ ਸਾਹਿਬ ਜੀ ਕਹਿੰਦੇ ਕੋਟ ਦੋਖ ਬਿਨਾਸਨ। ਤਾਂ ਸੂਫੀ ਫਕੀਰ ਕਹਿਣ ਲੱਗਾ ਪਤਾ ਮੈਨੂੰ ਵੀ ਹੈ, ਪਰ ਮੈਂ ਇਹਨੂੰ ਮੁਕਤ ਕਰਨਾ ਹੈ, ਅਤੇ ਇਸ ਕਰਕੇ ਪਹਿਲਾ ਖਿਆਲ ਇਹਦੇ ਅੰਦਰ ਇਹ ਭੇਜਣਾ ਪਏਗਾ ਕਿ ਤੇਰੇ ਅੰਦਰ ਅਵਗੁਣ ਐਬ ਕੋਈ ਨਹੀਂ। ਹੁਣ ਜਦੋਂ ਇਹਨੂੰ ਇਹ ਕਹਿ ਦਿੱਤਾ ਜਾਏਗਾ, ਇਹਨੇ ਫਿਰ ਕਹਿਣਾ ਨਹੀਂ ਜੀ ਮੈਂ ਅਪਰਾਧੀ ਹਾਂ। ਫਿਰ ਇਹਦੇ ਅਪਰਾਧੀ ਪੁਣੇ ਦੇ ਗੁਣਾਂ ਨੂੰ ਬਾਰੀਕੀ ਦੇ ਨਾਲ ਇਹਦਾ ਵਿਸ਼ਲੇਸ਼ਣ ਕਰਵਾਇਆ ਜਾਏਗਾ ਕਿ ਤੂੰ ਕਤਲ ਬਾਅਦ ਕੀਤਾ, ਪਹਿਲਾਂ ਦਵੈਸ਼ ਉਪਜਿਆ, ਦਵੈਸ਼ ਨੇ ਕ੍ਰੋਧ ਬਣਾਇਆ, ਕ੍ਰੋਧ ਨੇ ਈਰਖਾ ਦੀ ਅਗਨ ਨੂੰ ਪ੍ਰਚੰਡ ਕੀਤਾ, ਅਤੇ ਈਰਖਾ ਦੀ ਅਗਨ ਨੇ ਬਦਲੇ ਦੀ ਭਾਵਨਾ ਨੂੰ ਪੂਰਿਆਂ ਕਰ ਦਿੱਤਾ, ਅਤੇ ਤਾਂ ਤੂੰ ਕਿਸੇ 'ਤੇ ਕ੍ਰੋਧ ਕਰਨ 'ਤੇ ਉਤਾਰੂ ਹੋਇਆ। ਭਾਵ ਕਿ ਇੱਕ ਕ੍ਰੋਧ ਦੇ ਵਿੱਚ ਹੀ ਤੈਨੂੰ 7 ਤਰ੍ਹਾਂ ਦੇ ਪੜਾਅ ਲੰਘਣੇ ਪਏ। ਤਾਂ ਗੁਰੂ ਸਾਹਿਬ ਜੀ ਕਹਿੰਦੇ ਕੋਟ ਦੋਖ ਬਿਨਾਸਨ। ਗੁਰਮੁਖਾਂ ਦੇ ਬਚਨ ਕਰੋੜਾਂ ਦੋਸ਼ਾਂ ਦਾ ਪਾਪ ਨਾਸ਼ ਕਰਦੇ ਹਨ। ਹੁਣ ਉਦਾਹਰਨ ਦੇ ਤੌਰ 'ਤੇ ਮੈਂ ਆਪਣੀ ਜ਼ਿੰਦਗੀ 'ਚ ਐਸੇ ਬੜੇ ਸਿਲਸਿਲੇ ਦੇਖੇ ਹਨ। ਸਾਡੇ ਨਿਕਟ ਨਗਰ ਦਾ ਇੱਕ ਇਨਸਾਨ ਜ਼ਿੰਦਗੀ ਭਰ ਸ਼ਰਾਬ ਪੀਤੀ, ਜ਼ਿੰਦਗੀ ਭਰ ਆਪਣੀ ਅੱਧੀ ਸੰਪੱਤੀ ਉਹਨੇ ਨਸ਼ੇ ਦੇ ਵਿੱਚ ਖਰਾਬ ਕਰ ਦਿੱਤੀ, ਬੜੇ ਮਹਿੰਗੇ ਟਰੀਟਮੈਂਟ ਵੀ ਕਰਵਾਏ, ਵਾਸਨਾ ਵਿੱਚ ਆਇਆ। ਤਾਂ ਕੇਵਲ ਇੱਕ ਕਿਸੇ ਪੂਰਨ ਪੁਰਖ ਦੀ ਸੰਗਤ ਪ੍ਰਾਪਤ ਹੋਈ। ਉਹ ਕਹਿਣ ਲੱਗੇ, ਉਹਨਾਂ ਨੇ ਸੁਭਾਵਕ ਉਹਨੂੰ ਕਿਹਾ ਕਿ ਛੱਡ ਦੇ। ਉਹ ਕਹਿੰਦਾ ਜੀ ਛੱਡਤੀ।
ਕਹਿੰਦਾ ਪੱਕੀ, ਕਹਿੰਦਾ ਜੀ ਹਾਂਜੀ। ਬਸ ਉਹ ਦਿਨ ਜਾਵੇ, ਅੱਜ ਉਹਦਾ ਜੀਵਨ ਗੁਰਮੁਖੀ ਵਾਲਾ ਹੋ ਗਿਆ। ਇਹਦਾ ਮਤਲਬ ਗੁਰੂ ਸਾਹਿਬ ਜਦੋਂ ਗੁਰਬਾਣੀ 'ਚ ਵਾਕ ਹੁੰਦਾ ਨਾ, ਜੇ ਕੋ ਬਚਨ ਕਮਾਵੈ ਸੰਤਨ ਸਾ ਕੋ ਗੁਰ ਪ੍ਰਸਾਦੀ ਤਰੀਏ। ਜਦੋਂ ਕੋਈ ਪੂਰਨ ਪੁਰਖ ਕੋਈ ਗੱਲ ਕਹਿ ਰਿਹਾ ਹੋਵੇ ਤਾਂ ਉਹ ਗੱਲ ਨਹੀਂ ਹੁੰਦੀ, ਉਹ ਉਹਦੀ ਕਿਰਪਾ ਰੂਪ ਹੁੰਦੀ ਹੈ, ਜਿਹੜੀ ਪਰਮੇਸ਼ਰ ਦੁਆਰਾ ਉਹਦੇ ਦੁਆਰਾ ਵਰਸ ਰਹੀ ਹੁੰਦੀ ਹੈ। ਅਤੇ ਜਿਹੜਾ ਉਹਨੂੰ ਕਿਰਪਾ ਰੂਪ ਕਰਕੇ ਜਾਣ ਕੇ ਹਿਰਦੇ ਵਿੱਚ ਵਸਾ ਲਵੇ, ਉਹਦੇ ਜੀਵਨ ਦਾ ਕਲਿਆਣ ਹੋ ਜਾਂਦਾ। ਜਿਹੜਾ ਉਹਨੂੰ ਆਮ ਜਾਣ ਕੇ ਛੱਡ ਦੇ, ਫਿਰ ਉਹਦਾ ਭਟਕਣਾ ਯਕੀਨੀ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਕੋਟ ਦੋਖ ਬਿਨਾਸਨ। ਜਿਵੇਂ ਗੁਰੂ ਸਾਹਿਬ ਜੀ ਦੇ, ਗੁਰੂ ਅਰਜਨ ਸਾਹਿਬ ਜੀ ਦਰਬਾਰ ਦੇ ਵਿੱਚ ਕੋਈ ਰੋਗੀ ਆ ਗਿਆ, ਜਲੋਦਰ ਦਾ ਰੋਗੀ, ਪੇਟ ਦੇ ਉਧਰ ਦਾ ਰੋਗ ਸੀ। ਤਾਂ ਉਹ ਕਹਿਣ ਲੱਗਾ ਜੀ ਮੇਰੇ ਰੋਗ ਦਾ ਉਪਚਾਰ ਕਰ ਦਿਓ। ਤਾਂ ਗੁਰੂ ਸਾਹਿਬ ਜੀ ਕਹਿਣ ਲੱਗੇ ਕਿ ਬਾਬਾ ਬੁੱਢਾ ਜੀ ਕੋਲੋਂ ਚਲੇ ਜਾਓ। ਤਾਂ ਬਾਬਾ ਬੁੱਢਾ ਜੀ ਸੁਭਾਵਿਕ ਟੋਕਰੀਆਂ ਦੀ ਕਾਰ ਸੇਵਾ ਕਰਵਾ ਰਹੇ ਸਨ। ਤਾਂ ਉਹ ਜਾ ਕੇ ਬੇਨਤੀ ਕਰੇ ਜੀ ਮੇਰਾ ਪੇਟ ਦਾ ਰੋਗ ਹੈ, ਜਲੋਦਰ ਦਾ ਰੋਗ ਹੈ, ਠੀਕ ਕਰ ਦਿਓ। ਤਾਂ ਉਹ ਬਾਬਾ ਬੁੱਢਾ ਜੀ ਕਹਿਣ ਲੱਗੇ ਕੁਝ ਸਮਾਂ ਬੈਠ ਜਾ, ਕਰਦੇ ਹਾਂ ਗੱਲ। ਉਹ ਜਿੱਦ ਜੀ 'ਚ ਪੈ ਗਿਆ, ਵਾਰ-ਵਾਰ ਇੱਕੋ ਗੱਲ ਕਹੀ ਜਾਵੇ। ਹਾਰ ਕੇ ਬਾਬਾ ਬੁੱਢਾ ਜੀ ਨੇ ਥੋੜ੍ਹੇ ਕਾਹਲੇਪਨ ਦੇ ਵਿੱਚ ਉਹੀ ਟੋਕਰੀ ਉਹਦੇ ਪੇਟ 'ਤੇ ਰੱਖ ਕੇ ਮਾਰੀ। ਜਿਹੜਾ ਪਾਣੀ ਆਦਿਕ ਭਰਿਆ ਸੀ ਸਾਰਾ ਨਿਕਲ ਗਿਆ। ਥੋੜ੍ਹੇ ਸਮੇਂ ਬਾਅਦ ਤੰਦਰੁਸਤ ਹੋ ਗਿਆ। ਮਤਲਬ ਜਿਹੜਾ ਕਰਮ ਸਾਨੂੰ ਦੁਨਿਆਵੀ ਨੁਕਤੇ ਤੋਂ ਉਲਟ ਜਾਪਦਾ ਹੈ, ਹਿੰਸਾ ਵਾਲਾ ਜਾਪਦਾ ਹੈ, ਉਹੀ ਜਦੋਂ ਗੁਰਮੁਖ ਕੋਲੋਂ ਹੁੰਦਾ ਹੈ ਅਤੇ ਉਹ ਕਲਿਆਣ ਰੂਪ ਹੁੰਦਾ। ਜਿਵੇਂ ਛੁਰਾ ਕਸਾਈ ਦੇ ਹੱਥ ਹੈ, ਬੱਕਰੇ ਦੀ ਜਾਨ ਲੈਂਦਾ ਹੈ, ਉਹੀ ਛੁਰੀ ਡਾਕਟਰ ਦੇ ਹੱਥ ਹੈ ਅਤੇ ਮਰੀਜ਼ ਦਾ ਕਲਿਆਣ ਕਰਦੀ ਹੈ ਪ੍ਰਸ਼ਨ ਕਰਕੇ। ਤਾਂ ਗੁਰੂ ਸਾਹਿਬ ਜੀ ਕਹਿੰਦੇ ਇਸੇ ਪ੍ਰਕਾਰ ਗੁਰਮੁਖ ਦੇ ਹਿਸਾਬ ਨਾਲ ਕੋਟ ਦੋਖ ਬਿਨਾਸਨ, ਅਤੇ ਉਹਦੇ ਬਚਨ ਨਹੀਂ ਰਹਿ ਜਾਂਦੇ, ਉਹਦੇ ਬਚਨਾਂ ਵਿੱਚ ਉਹਦੀ ਜ਼ਿੰਦਗੀ ਦਾ ਤੇਜ ਚੱਲਦਾ ਹੈ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਫਰਮਾਉਂਦੇ ਹਨ ਹਰ ਚਰਨ ਕਮਲ ਧਿਆਨੰ ਨਾਨਕ ਕੁਲ ਸਮੂਹ ਉਦਾਹਰਣ। ਤਾਂ ਗੁਰੂ ਸਾਹਿਬ ਜੀ ਕਹਿੰਦੇ ਸਭ ਤੋਂ ਪਹਿਲਾਂ ਉਹਦੇ ਬਚਨਾਂ ਨਾਲ ਕਰੋੜਾਂ ਦੋਸ਼ ਬਿਨਸ ਜਾਂਦੇ ਹਨ। ਫਿਰ ਉਹਦੇ ਬਚਨਾਂ ਸਦਕਾ ਹਰ ਚਰਨ ਕਮਲ ਧਿਆਨੰ, ਅਤੇ ਉਹਦੇ ਸਦਕਾ ਉਹਦੇ ਬਚਨ ਕਮਾਉਣ ਦੇ ਨਾਲ ਚਰਨ ਕਮਲ ਪਰਮੇਸ਼ਰ ਦੇ ਕੀਰਤੀ ਕਰਦਿਆਂ ਪਰਮ ਸਰੂਪ ਦੇ ਵਿੱਚ ਧਿਆਨ ਲੱਗ ਜਾਂਦਾ ਹੈ। ਮਨ ਬੁੱਧ ਚਿੱਤ ਇੱਕ ਸੁਰ ਹੋ ਜਾਂਦੇ ਹਨ। ਨਾਨਕ ਕੁੱਲ ਸਮੂਹ ਉਦਾਹਰਣ ਹੈ, ਅਤੇ ਇਹਦੇ ਸਦਕਾ ਜਿਹੜੀ ਸਾਰੀ ਕੁੱਲ ਹੈ ਉਹਦਾ ਉਧਾਰ ਹੋ ਜਾਂਦਾ ਹੈ। ਕਿਸੇ ਨਾ ਜਗਿਆਸੂ ਨੇ ਕਿਸੇ ਗੁਰਸਿੱਖ ਦੇ ਨਾਲ ਚਿੰਤਾ ਸਾਂਝੀ ਕੀਤੀ ਕਿ ਮੈਂ ਪੂਰਾ ਗੁਰਸਿੱਖੀ ਜੀਵਨ ਵਾਲਾ, ਮੇਰਾ ਪਰਿਵਾਰ ਮੇਰਾ ਕੋਈ ਵੀ ਪ੍ਰਭਾਵ ਗ੍ਰਹਿਣ ਨਹੀਂ ਕਰਦਾ। ਮਤਲਬ ਉਹਨਾਂ ਨੂੰ ਫਰਕ ਹੀ ਨਹੀਂ ਪੈਂਦਾ ਕਿ ਮੈਂ ਗੁਰਸਿੱਖ ਹਾਂ, ਉਹਨਾਂ ਦੇ ਜੀਵਨ ਦੀ ਤੋਰ ਵੱਖਰੀ ਚੱਲੀ ਜਾ ਰਹੀ ਹੈ। ਤਾਂ ਉਹਨੇ ਉਹਨੂੰ ਇੱਕ ਸੁਝਾਅ ਦਿੱਤਾ, ਕਹਿੰਦਾ ਪਹਿਲਾਂ 1 ਮਹੀਨਾ ਤੂੰ ਐਂ ਕਰ, ਆਪਣੇ ਆਪ ਨੂੰ ਵਾਚ ਕਿ ਜਿੰਨੀ ਗੁਰਸਿੱਖੀ ਦੀ ਤੂੰ ਚਰਚਾ ਕਰਦਾ ਹੈ ਜਾਂ ਜਿੰਨਾ ਗੁਰਸਿੱਖੀ ਬਾਰੇ ਸੁਣਦਾ ਆਖਦਾ ਹੈ, ਕਿ ਇੰਨੀ ਤੇਰੇ ਆਪਣੇ ਜੀਵਨ 'ਚ ਥਾਂ ਹੈਗੀ ਹੈ। ਉਹ ਜਦੋਂ ਮਹੀਨਾ ਕੁ ਬਾਅਦ ਆਵਾਜ਼ ਕੇ ਆਇਆ ਤਾਂ ਕਹਿੰਦਾ ਮੈਨੂੰ ਲੱਗਾ ਕਿ ਅਜੇ ਤਾਂ ਮੈਂ 25-30% ਵੀ ਗੁਰਸਿੱਖੀ ਦੇ ਅਨੁਸਾਰ ਨਹੀਂ ਹਾਂ। ਕਹਿੰਦਾ ਜਦੋਂ ਤੂੰ ਆਪ 25-30% ਹੈ ਤਾਂ ਦੂਜਿਆਂ ਨੂੰ 100% ਬਦਲਣ ਦੀ ਜਿਹੜੀ ਸੰਭਾਵਨਾ ਕਿੱਥੋਂ ਰੱਖ ਸਕੇਂਗਾ। ਤੈਨੂੰ 1000 ਗੁਣਾ ਸਮਰੱਥ ਹੋਣਾ ਪਏਗਾ ਤਾਂ ਕਿਸੇ ਨੂੰ 100 ਗੁਣਾ ਬਦਲ ਸਕੇਂਗਾ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਕੁੱਲ ਸਮੂਹ ਉਦਾਹਰਣ। ਅਤੇ ਜਦੋਂ ਆਪਣੀ ਬੰਦਗੀ ਦਾ ਮੁਕਾਮ ਵੱਡਾ ਹੋ ਜਾਏ, ਤਾਂ ਹੁਣ ਕੱਲ੍ਹ ਕਿਤੇ ਚਰਚਾ ਚੱਲ ਰਹੀ ਸੀ ਤਾਂ ਉਹਦੇ ਵਿੱਚ ਐਸਾ ਜ਼ਿਕਰ ਸੀ ਕਿ ਸਾਡੇ ਪਰਿਵਾਰਾਂ ਦਾ ਗੁਰਮੁਖੀ ਮਾਹੌਲ ਬਣੇ ਕਿਵੇਂ। ਉਹਦੇ ਵਿੱਚ ਵਾਕ ਦੀ ਚਰਚਾ ਕਰ ਰਹੇ ਸਾਂ ਕਿ ਸ਼ਬਦ ਤਾਂ ਸਾਰੇ ਹੀ ਪੜ੍ਹਦੇ ਨੇ, ਪੂਤਾ ਮਾਤਾ ਕੀ ਅਸੀਸ, ਪਰ ਅਸੀਸ ਦਾ ਅਗਲਾ ਰੂਪ ਕਿਹਨੂੰ ਯਾਦ ਰਹਿੰਦਾ? ਨਿਮਖ ਨਾ ਬਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼। ਇਹ ਤਾਂ ਕਿਸੇ ਨੂੰ ਚੇਤੇ ਨਹੀਂ ਰਹਿੰਦਾ ਕਿ ਇੱਕ ਖਿੰਨ ਵੀ ਸਾਡੇ ਬੱਚੇ ਨੂੰ, ਬੱਚਾ ਗੁਰਸਿੱਖਾਂ ਦੇ ਘਰ ਪੈਦਾ ਹੋਇਆ ਹੈ, ਨਾ ਉਹਨੂੰ ਸਤ ਸੰਗਤ ਦਾ ਪਤਾ ਹੈ, ਨਾ ਗੁਰਦੁਆਰੇ ਦਾ ਪਤਾ, ਨਾ ਕੀਰਤਨ ਦਾ ਪਤਾ। ਹਾਲਾਤ ਤਾਂ ਇੰਨੇ ਮਾੜੇ ਨੇ ਕਿ ਅਰਦਾਸ 'ਚ ਖਲੋਣ ਦਾ ਢੰਗ ਨਹੀਂ ਪਤਾ ਉਹਨੂੰ। ਤਾਂ ਉਹ ਇਕੱਲੀ ਅਸੀਸ ਦੇਣ ਨਾਲ ਨਹੀਂ ਸਰਦਾ। ਅਸੀਸ ਤੁਹਾਡੀ ਬਰਕਤ ਰੂਪ ਦੇ ਵਿੱਚ ਆ ਜਾਏ, ਉਹਦੇ ਲਈ ਕਰਮ ਵੀ ਕਰਨਾ ਚਾਹੀਦਾ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਇਸੇ ਪ੍ਰਕਾਰ ਫਿਰ ਗੁਰਮੁਖ ਇਕੱਲਾ ਬਚਨ ਵੀ ਨਹੀਂ ਕਰਦਾ, ਉਹਦੇ ਜੀਵਨ ਦਾ ਉਧਾਰ ਹੋ ਜਾਵੇ, ਉਸ ਬਚਨ ਦੀ ਪੂਰਾ ਅਮਲ ਉਹਦੇ ਜੀਵਨ 'ਚ ਪੈਦਾ ਹੋ ਜਾਵੇ, ਉਹ ਸਾਰਾ ਕੁਝ ਉਹਨੂੰ ਉਪਲਬਧ ਵੀ ਕਰਵਾਉਂਦਾ ਹੈ, ਕਿਉਂਕਿ ਉਹਦੇ ਕੋਲੋਂ ਪਰਉਪਕਾਰ ਦੀ ਭਾਵਨਾ ਹੀ ਇੰਨੀ ਹੁੰਦੀ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਕੁੱਲ ਸਮੂਹ ਉਦਾਹਰਣ। ਤਾਂ ਇਸ ਕਰਕੇ ਉਹ ਸਾਰੀ ਕੁੱਲ ਦਾ ਉਧਾਰ ਕਰ ਦਿੰਦਾ ਹੈ ਕਿ ਉਹ ਆਪਣੇ ਆਪ ਸਕਸ਼ਮ ਸਮਰੱਥ ਹੁੰਦਾ ਹੈ। ਸੁੰਦਰ ਮੰਦਰ ਸੈਣ ਜੇਣ ਮਧਯ ਹਰ ਕੀਰਤਨ। ਤਾਂ ਗੁਰੂ ਸਾਹਿਬ ਜੀ ਕਹਿੰਦੇ ਸੁੰਦਰ ਮੰਦਰ ਸੈਣ, ਉਹ ਮੰਦਰ ਸੋਹਣੇ ਹਨ, ਸ਼ੋਭਨੀਕ ਹਨ। ਜੇਣ ਮਧਯ, ਜਿਨ੍ਹਾਂ ਦੇ ਵਿੱਚ ਹਰ ਕੀਰਤਨ, ਹਰੀ ਕੀਰਤਨ ਦੀ ਧੁਨ ਦਾ ਉਚਾਰਨ ਹੁੰਦਾ ਹੋਵੇ। ਭਾਵ ਕਿ ਉਹ ਘਰ
ਉਹ ਸਰੀਰ ਸੋਹਣੇ ਹਨ ਜਿਨ੍ਹਾਂ ਦੇ ਅੰਦਰ ਪਰਮੇਸ਼ਰ ਦੀ ਕੀਰਤੀ ਚੱਲਦੀ ਹੈ। ਜਿਸ ਸਰੀਰ ਦੇ ਵਿੱਚੋਂ ਜ਼ੁਬਾਨ ਦੁਆਰਾ ਪਰਮੇਸ਼ਰ ਦੀ ਧੁਨ ਉਚਾਰੀ ਜਾਂਦੀ ਹੈ ਅਤੇ ਜਿਸ ਘਰ ਦੇ ਵਿੱਚ ਸੰਗਤ ਰੂਪ ਵਿੱਚ ਜੁੜ ਕੇ ਅਕਾਲ ਪੁਰਖ ਦੀ ਸਿਫਤ ਸਲਾਹ ਦਾ ਅਭਿਆਸ ਕੀਤਾ ਜਾਂਦਾ, ਗੁਰੂ ਸਾਹਿਬ ਜੀ ਕਹਿੰਦੇ ਉਹ ਜਿਹੜੇ ਸਰੀਰ, ਉਹ ਜਿਹੜੇ ਮੰਦਰ, ਉਹ ਸੋਹਣੇ ਹਨ। ਹੁਣ ਗੁਰਬਾਣੀ ਵਿੱਚ ਜਦੋਂ ਥੋੜ੍ਹਾ ਵਿਸਥਾਰ ਨਾਲ ਪੜ੍ਹਨ ਦਾ ਯਤਨ ਕਰੀਏ ਤਾਂ ਗੁਰੂ ਸਾਹਿਬ ਜੀ ਫਰਮਾਉਂਦੇ ਹਨ, ਘਰ ਮੰਦਰ ਹਟ ਨਾਲੇ ਸੋਹੇ ਜਿਸ ਵਿੱਚ ਨਾਮ ਨਿਵਾਸੀ ਰਾਮ। ਤੇਰਾ ਮਹਿਲ ਬੜਾ ਆਲੀਸ਼ਾਨ ਹੈ, ਪਦਾਰਥਾਂ ਦੇ ਨਾਲ, ਵਸਤਾਂ ਦੇ ਨਾਲ ਬੜਾ ਭਰਪੂਰ ਹੈ। ਦੁਨੀਆ ਭਰ ਦੀਆਂ ਮਹਿੰਗੀਆਂ ਵਸਤਾਂ ਤੇਰੇ ਘਰ ਦੇ ਵਿੱਚ ਹਨ, ਪਰ ਗੁਰੂ ਸਾਹਿਬ ਜੀ ਕਹਿੰਦੇ ਇਹਦੇ ਨਾਲ ਤੇਰੇ ਘਰ ਦੀ ਸ਼ੋਭਾ ਵਧਣ ਵਾਲੀ ਨਹੀਂ, ਜੇ ਉਹਦੇ ਵਿੱਚ ਪਰਮੇਸ਼ਰ ਦੀਆਂ ਵਸਤਾਂ ਦਾ, ਉਹਦੇ ਦਾਤਾਰ ਹੋਣ ਦਾ ਜ਼ਿਕਰ ਨਹੀਂ ਹੈ। ਤੇਰਾ ਸਰੀਰ ਕਿੰਨਾ ਸੁੰਦਰ ਹੋਵੇ, ਜ਼ੁਬਾਨ ਕਿੰਨੀ ਮਿਠਾਸ ਭਰੀ ਹੋਵੇ, ਹੋਰ ਪਤਾ ਨਹੀਂ ਕਿੰਨਾ ਕੁਝ, ਤੇਰੇ ਵਸਤਰ ਬੜੇ ਕੀਮਤੀ ਹੋਣ, ਤੇਰਾ ਉੱਠਣਾ ਬੈਠਣਾ ਬੜਿਆਂ ਉੱਚਿਆਂ ਸੰਗ ਹੋਵੇ, ਪਰ ਜੇ ਤੇਰੇ ਅੰਦਰ ਨਾਮ ਦੀ ਪ੍ਰਤੀਤ ਨਹੀਂ ਤਾਂ ਗੁਰੂ ਸਾਹਿਬ ਜੀ ਕਹਿੰਦੇ ਕਿਆ ਸੁਲਤਾਨ ਸਲਾਮ ਵਿਹੂਣਾ, ਅੰਧੀ ਕੋਠੀ ਤੇਰਾ ਨਾਮ ਨਹੀਂ। ਅਤੇ ਜਿਸ ਹਿਰਦੇ ਵਿੱਚ ਨਾਮ ਨਹੀਂ, ਜਿਸ ਘਰ ਦੇ ਵਿੱਚ ਪਰਮੇਸ਼ਰ ਦੀ ਕੀਰਤੀ ਨਹੀਂ, ਗੁਰੂ ਸਾਹਿਬ ਜੀ ਕਹਿੰਦੇ ਸਮਝੋ ਉੱਥੇ ਹਨੇਰਾ ਹੀ ਪਸਰਿਆ ਹੋਇਆ। ਭਗਤ ਕਬੀਰ ਸਾਹਿਬ ਜੀ ਫਰਮਾਉਂਦੇ ਹਨ, ਕਬੀਰ ਜਾ ਘਰ ਸਾਧ ਨਾ ਸੇਵੀਏ ਹਰ ਕੀ ਸੇਵਾ ਨਾਹੀਂ, ਤੇ ਘਰ ਮਰਹਟ ਸਾਰਖੇ ਭੂਤ ਬਸੇ ਤਿਨ ਵਾਹੇ। ਬਾਣੀ ਦੀ ਪਾਵਨ ਵਾਕ ਹਨ, ਭਲੀ ਸੁਹਾਵੀ ਛਾਪਰੀ ਜਾਂ ਮਹਿ ਗੁਣ ਗਾਏ, ਕਿਤ ਹੀ ਕਾਮ ਨਾ ਧੌਲ ਹਰ ਜਿਤ ਹਰ ਬਿਸਰਾਏ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਘਰ ਮੰਦਰ ਖੁਸ਼ੀਆਂ ਤਹੀਂ ਜਹ ਤੂੰ ਆਵੇ ਚਿੱਤ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਸੁੰਦਰ ਮੰਦਰ ਸੈਣਹ। ਹੁਣ ਸੁੰਦਰ ਮੰਦਰ ਸੈਣਹ ਕਿਉਂ? ਹੁਣ ਕੋਈ ਕਹੇਗਾ ਜੀ ਸਾਡਾ ਘਰ ਬੜਾ ਆਲੀਸ਼ਾਨ ਹੈ, ਉੱਥੇ ਕੋਈ ਆ ਜਾਏ, ਉੱਥੇ ਵਾਤਾਵਰਣ ਅਨੁਕੂਲਿਤ ਸਾਧਨ ਲੱਗੇ ਹੋਏ ਨੇ, ਉਹਨੂੰ ਠੰਡਕ ਮਿਲਦੀ ਹੈ, ਘਰ ਵਿੱਚ ਪਦਾਰਥ ਬੜੇ ਨੇ, ਜਿੰਨੇ ਸਵਾਦ ਮਰਜ਼ੀ ਲਾਵੇ ਉਹਦੇ ਪੂਰੇ ਹੋ ਜਾਂਦੇ ਨੇ, ਵਸਤਰ ਬੜੇ ਪਏ ਨੇ, ਜਿੰਨੇ ਮਰਜ਼ੀ ਪਾ ਕੇ ਵੇਖੇ, ਇਹ ਲੋੜਾਂ ਸਾਰੀਆਂ ਸਾਡੇ ਘਰ ਆਇਆਂ ਪੂਰੀਆਂ ਹੋ ਸਕਦੀਆਂ ਹਨ। ਤਾਂ ਗੁਰੂ ਸਾਹਿਬ ਜੀ ਕਹਿੰਦੇ ਇਹਨਾਂ ਲੋੜਾਂ ਦਾ ਪ੍ਰਯਤਨ ਤਾਂ ਆਪ ਵੀ ਕਰ ਸਕਦਾ ਹੈ, ਪਰ ਜੇ ਘਰ ਦੇ ਵਿੱਚ ਸਤ ਸੰਗਤ ਦਾ ਮਾਹੌਲ ਨਹੀਂ ਹੈ ਤਾਂ ਗੁਰੂ ਸਾਹਿਬ ਜੀ ਕਹਿੰਦੇ ਉੱਥੇ ਜੀਵ ਪਦਾਰਥਾਂ ਦੇ ਰਸਾਂ ਕਸਾਂ ਨੂੰ ਭੋਗਦਿਆਂ ਹੋਇਆਂ ਵੀ ਅੰਦਰੋਂ ਵਿਕਾਰਾਂ ਕਰਕੇ ਜਾਂ ਕਿਸੇ ਪ੍ਰਕਾਰ ਦੀਆਂ ਵਾਸ਼ਨਾਵਾਂ ਕਰਕੇ ਅਤ੍ਰਿਪਤ ਰਹਿਣਗੇ। ਇਸ ਕਰਕੇ ਘਰ ਦਾ ਅਧਿਆਤਮਿਕ ਮਾਹੌਲ ਵੀ ਸਿਰਜਣਾ ਚਾਹੀਦਾ ਹੈ। ਤਾਂ ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਹੁਣ ਦੂਜੀ ਗੱਲ, ਘਰ ਦਾ ਅਧਿਆਤਮਿਕ ਮਾਹੌਲ ਸਿਰਜਣਾ ਕਿਉਂ ਜ਼ਰੂਰੀ ਹੈ। ਹੁਣ ਕਿਸੇ ਘਰ ਦੇ ਵਿੱਚ ਸਤ ਸੰਗਤ ਬਾਕੀ ਨਹੀਂ ਰਹੀ। ਮੈਂ ਬਹੁਤ ਦਫਾ ਦੇਖੇ ਨੇ, ਕਿਸੇ ਘਰ ਦੇ ਵਿੱਚ ਕੇਵਲ ਇੱਕ ਦਫਾ ਚੰਡੀਗੜ੍ਹ ਦੇ ਨਿਕਟ ਕਿਸੇ ਗੁਰਸਿੱਖ ਦੇ ਘਰੇ ਗਿਆ ਤਾਂ ਸ਼ਾਮ ਵੇਲੇ, ਬਹੁਤ ਰਾਇਲ ਫੈਮਿਲੀ ਸੀ, ਪੜ੍ਹੀ ਲਿਖੀ ਵੀ ਬਹੁਤ ਜ਼ਿਆਦਾ ਸੀ, ਤਾਂ ਉਹਨਾਂ ਦੀ ਵਡੇਰੀ ਉਮਰ ਦਾ ਬਜ਼ੁਰਗ ਸੀ। ਤਾਂ ਉਹ ਡਾਈਨਿੰਗ ਟੇਬਲ 'ਤੇ ਬੈਠੇ ਜਦੋਂ ਪ੍ਰਸ਼ਾਦਾ ਪਾਣੀ ਛਕਣ ਲੱਗੇ ਤਾਂ ਸੁਭਾਵਿਕ ਮੈਨੂੰ ਕਹਿਣ ਲੱਗੇ ਕਿ ਤੁਸੀਂ ਵੀ ਆ ਜਾਓ। ਜਾ ਕੇ ਬੈਠੇ, ਉਹਨਾਂ ਦੇ ਬਜ਼ੁਰਗ ਨੇ ਉਹ ਟੈਬਲੇਟ 'ਤੇ ਆਪਣਾ ਸ਼ਬਦ ਕੱਢਿਆ, ਉਹਦੀ ਪਹਿਲਾਂ ਸਰਲ ਵਿਆਖਿਆ ਕੀਤੀ, ਫਿਰ ਉਹਦੀ ਜਿੰਨੀ ਉਹਦੀ ਸਮਝ ਸੀ ਉਹਨੇ ਵਿਆਖਿਆ ਕੀਤੀ। ਸਾਰੀ ਕਰਨ ਤੋਂ ਬਾਅਦ ਉਹਨਾਂ ਨੇ ਉਹ ਜਾਪ ਕੀਤਾ ਅਤੇ ਫਿਰ ਆਪਣੀ ਭੋਜਨ ਦੀ ਪ੍ਰਕਿਰਿਆ ਸ਼ੁਰੂ ਕੀਤੀ। ਤਾਂ ਮੈਂ ਕਿਹਾ ਜੀ ਤੁਸੀਂ ਇਸ ਤਰ੍ਹਾਂ ਕਿਵੇਂ? ਇਸ ਤਰ੍ਹਾਂ ਹੋਰ ਵੀ ਕਹਿੰਦਾ ਸਵੇਰ ਵੇਲੇ ਵੀ ਐਂ ਕਰਦੇ ਆ, ਦੁਪਹਿਰ ਵੇਲੇ ਵੀ ਐਂ ਕਰਦੇ, ਸ਼ਾਮ ਵੇਲੇ ਵੀ ਇਵੇਂ ਕਰਦੇ ਆ। ਮੈਂ ਕਿਹਾ ਇਹਦਾ ਅਰਥ ਕੀ ਹੈ, ਇਹਦਾ ਮਤਲਬ ਕੀ ਹੈ? ਕਹਿੰਦਾ ਗੁਰੂ ਘਰ 'ਚ ਸਤ ਸੰਗਤ ਤਾਂ ਆਪਣੇ ਆਪ ਬਣੀ ਹੋਈ ਹੈ, ਭਾਵ ਕਿ ਉੱਥੇ ਜਾ ਕੇ ਬਹਿਣਾ, ਕਥਾ ਕੀਰਤਨ ਚੱਲ ਰਿਹਾ, ਉਹ ਤਾਂ ਆਪਣੇ ਆਪ ਬਣੀ ਹੋਈ ਹੈ। ਸਾਡਾ ਘਰ ਅਧਿਆਤਮਿਕ ਅਰਥਾਂ ਦੇ ਵਿੱਚ ਟਲ ਜਾਏ, ਇਸ ਕਰਕੇ ਅਸੀਂ ਇਹ ਘਰ ਦੇ ਨੇਮ ਬਣਾਏ ਹੋਏ ਨੇ। ਤਾਂ ਇਸੇ ਪ੍ਰਕਾਰ ਗੱਲ ਕੀ ਹੈ ਕਿ ਅਸੀਂ ਅਧਿਆਤਮਿਕਤਾ ਨੂੰ ਗੁਰੂ ਘਰ 'ਚ ਰੱਖਣਾ ਚਾਹੁੰਦੇ ਹਾਂ। ਹੁਣ ਹੈਰਾਨਗੀ ਦੀ ਗੱਲ, ਮੈਂ ਇਹ ਗੱਲ ਬਹੁਤ ਥੋੜ੍ਹੀ ਨਿੱਜੀ ਹੋ ਜਾਂਦੀ ਹੈ ਕਿ ਅਸੀਂ ਪਾਠ ਕਰਨ ਦੀ ਥਾਂ ਵੀ ਗੁਰੂ ਘਰ ਨੂੰ ਚੁਣ ਲਿਆ ਹੈ। ਅਸੀਂ ਨਹੀਂ ਚਾਹੁੰਦੇ ਕਿ ਸਾਡੇ ਘਰ ਦੇ ਵਿੱਚ ਬਾਣੀ ਦੀ ਕੋਈ ਧੁਨ ਚੱਲੇ, ਉਹ ਨਿੱਜੀ ਹੋ ਜਾਂਦਾ ਤਾਂ ਨਹੀਂ ਕਹੀਦਾ। ਪਰ ਹੈਰਾਨਗੀ ਹੁੰਦੀ ਹੈ ਕਿ ਤੁਸੀਂ ਜਿਹੜਾ ਸਾਧ ਸੰਗਤ ਦਾ ਸਮੁੱਚਾ ਕਰਮ ਹੈ ਉਹਨੂੰ ਵਿਅਕਤੀਗਤ ਬਣਾਈ ਜਾ ਰਹੇ ਹੋ, ਅਤੇ ਵਿਅਕਤੀਗਤ ਬਣਾਉਣ ਦੇ ਵਿੱਚ ਤੁਹਾਡਾ ਅਧਿਆਤਮਿਕ ਵਿਕਾਸ ਹੋ ਤਾਂ ਜਾਏਗਾ, ਉਹ ਰੁਕ ਜਾਏਗਾ, ਪਰ ਕਿ ਤੁਹਾਡੀ ਸਮੁੱਚੀ ਸਾਧਨਾ ਨਹੀਂ ਹੋ ਸਕੇਗੀ ਸ਼ਾਮਲ ਉਹਦੇ ਵਿੱਚ। ਤਾਂ ਗੁਰੂ ਸਾਹਿਬ ਜੀ ਕਹਿੰਦੇ ਇਸੇ ਪ੍ਰਕਾਰ ਸੁੰਦਰ ਮੰਦਰ ਸੈਣਹ ਜੇਣ ਮਧਯ ਹਰ ਕੀਰਤਨਹ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਜੇਣ ਮਧਯ ਹਰ ਕੀਰਤਨਹ, ਜਿਹਦੇ ਅੰਦਰ ਧੁਨ ਵਿਆਪਤ ਹੁੰਦੀ ਹੈ ਕੀਰਤਨ ਦੀ, ਜਿਹਦੇ ਅੰਦਰ ਧੁਨ ਵਿਆਪਤ ਦਾ ਹੋਣੇ ਦਾ ਗਹਿਰਾ ਜ਼ਿਆਦਾ ਅਰਥ ਇਹ ਬਣਦਾ ਹੈ ਕਿ ਜ਼ੁਬਾਨ ਤੋਂ ਰੱਜਣਾ ਵੀ ਸੌਖਾ ਹੈ, ਹਿਰਦੇ ਵਿੱਚ ਚਿੰਤਨ ਚੱਲਣਾ ਵੀ ਇੱਕ ਪੱਧਰ 'ਤੇ ਅਵਸਥਾ 'ਤੇ ਜਾ ਕੇ ਪ੍ਰਾਪਤ ਹੋ ਜਾਂਦਾ ਹੈ। ਫਿਰ ਉਸ ਤੋਂ ਡੀਪ ਜਾ ਕੇ ਕਿ ਜਦੋਂ ਉਹ ਸਾਰਾ ਮਾਹੌਲ ਹੀ ਪਰਿਵਰਤਨ ਹੋ ਜਾਏ ਤਾਂ ਗੁਰੂ ਸਾਹਿਬ ਜੀ ਕਹਿੰਦੇ ਉੱਥੇ ਜਾ ਕੇ ਜਿਹੜੀ ਅਵਸਥਾ ਪੈਦਾ ਹੁੰਦੀ ਹੈ, ਉਦੋਂ ਇਹ ਸਾਰਾ ਘਰ
ਮੰਗਲਮਈ ਹੁੰਦਾ ਹੈ। ਤਾਂ ਮੰਗਲਮਈ ਦਾ ਭਾਵ ਕੀ ਹੈ? ਹੁਣ ਮੰਗਲਮਈ ਦਾ ਭਾਵ ਕਿ ਜਿੱਥੇ ਪਰਮੇਸ਼ਰ ਦੇ ਮੰਗਲ ਗਾਏ ਜਾਂਦੇ ਹਨ। ਗੁਰਬਾਣੀ ਆਨੰਦ ਸਾਹਿਬ ਦੀ ਬਾਣੀ ਵਿੱਚ ਵਾਕ ਪੜ੍ਹਦੇ ਹਾਂ, ਮਨ ਚਾਓ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ। ਇਹ ਮੰਦਰ ਤਾਂ ਬਣਿਆ, ਇਹਨੂੰ ਤਾਂ ਪ੍ਰਬੰਧਕਾਂ ਨੇ ਇੱਕ ਦੇਤਾ ਰੂਪ, ਆਪਣੇ ਘਰ ਨੂੰ ਮੰਦਰ ਨਿਰਮਿਤ ਕਰ ਲਈਏ ਤਾਂ ਸਾਡੀ ਗੁਰਸਿੱਖੀ ਦੀ ਸਾਧਨਾ ਪੂਰੀ ਹੈ। ਸਾਡਾ ਘਰ ਧਰਮਸਾਲ। ਹੁਣ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਿਸੋਆ। ਤਾਂ ਇਸੇ ਪ੍ਰਕਾਰ ਹੁਣ ਉਹ ਧਰਮਸਾਲ ਦਾ ਗੁਰੂ ਸਾਹਿਬ ਜੀ ਨੇ ਘਰ ਘਰ ਕਹਿ ਤਾ ਹੈ। ਤਾਂ ਇਹਦਾ ਮਤਲਬ ਜਿੱਥੇ ਗੁਰਸਿੱਖ ਵਸਦੇ ਹੋਣਗੇ ਉੱਥੇ ਗੁਰੂ ਦੀ ਕੀਰਤੀ, ਉਹਦੇ ਸ਼ਬਦ ਦੀ ਵਿਚਾਰ, ਸਤਸੰਗਤ ਦਾ ਮਾਹੌਲ ਪ੍ਰਗਟਿਤ ਹੁੰਦਾ ਰਹੇਗਾ। ਅਸੀਂ ਇਹ ਯਤਨ ਸਸ਼ਕਤ ਕਰ ਨਹੀਂ ਸਕਦੇ। ਤਾਂ ਗੁਰੂ ਸਾਹਿਬ ਜੀ ਕਹਿੰਦੇ ਸੁੰਦਰ ਮੰਦਰ ਸੈਣਹ, ਉਹੀ ਮੰਦਰ ਸ਼ੁਭ ਸੋਹਣੇ ਸੁੰਦਰ ਹਨ ਜਿਹਦੇ ਵਿੱਚ ਕੀਰਤਨ ਦੀ ਧੁਨ ਦਾ ਉਚਾਰਨ ਕੀਤਾ ਜਾਂਦਾ। ਅਤੇ ਅੱਜ ਅਸੀਂ ਗੁਰਸਿੱਖ ਕਮਾਉਂਦੇ ਹਾਂ। ਇੱਕ ਸਾਲ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ 4-5 ਦਿਨ ਤੋਂ ਵੱਧ ਦਿਨ ਹੋਣਗੇ ਜਦ ਸਾਡੇ ਘਰ ਦੇ ਵਿੱਚ ਸਤਸੰਗਤ ਦਾ ਮਾਹੌਲ ਪ੍ਰਗਟਣਾ ਹੁੰਦਾ ਹੋਵੇ। ਜਦ ਅਸੀਂ ਚਾਹੀਏ ਕਿ ਕਿਤੇ 10 ਜੀ ਜੁੜਨ, ਉਹ ਰਲ ਕੇ ਸ਼ਬਦ ਦੀ ਗੁੰਜਾਰ ਪਾਉਣ, ਕੋਈ ਅਧਿਆਤਮਿਕ ਚਰਚਾ ਹੋਵੇ, ਕੋਈ ਸ਼ਬਦ ਦੀ ਵਿਚਾਰ ਹੋਵੇ, ਅਸੀਂ ਮਾਹੌਲ ਚਾਹੁੰਦੇ ਹੀ ਨਹੀਂ। ਅਸੀਂ ਇਹ ਸਾਰਾ ਕੁਝ ਘਰ ਤੋਂ ਬਾਹਰ ਰੱਖਣਾ ਚਾਹੁੰਦੇ ਹਾਂ। ਅਸੀਂ ਆਪਣੇ ਘਰਾਂ ਦੀ ਐਥਿਕਸ ਵੀ ਇਹੋ ਜਿਹੀ ਬਣਾਈ ਜਿਹੜੀ ਸਾਡੀ ਗੁਰਸਿੱਖੀ ਨਾਲ ਜੁੜੀ ਹੋਈ ਨਹੀਂ ਹੈ। ਉਦਾਹਰਨ ਦੇ ਤੌਰ 'ਤੇ ਮੈਂ ਕਈ ਐਸੇ ਵੱਡੇ ਜੀਵਨ ਵਾਲੇ ਗੁਰਸਿੱਖ ਦੇਖੇ ਨੇ ਕਿ ਅਸੀਂ ਤਾਂ ਆਮ ਕਰਕੇ ਹਜ਼ੂਰੀ ਰਾਗੀ ਸੱਦਦੇ ਹਾਂ ਵਿਆਹਾਂ ਪ੍ਰੋਗਰਾਮਾਂ 'ਤੇ, ਮ੍ਰਿਤਕ 'ਤੇ, ਉਹ ਸਪੈਸ਼ਲ ਹਰ ਮਹੀਨੇ ਬਾਅਦ ਆਪਣੇ ਘਰੇ ਹਜ਼ੂਰੀ ਰਾਗੀ ਸੱਦਦੇ ਨੇ, ਕੀਰਤਨ ਕਰਵਾਉਂਦੇ ਨੇ, ਕਥਾਵਾਚਕ ਨੂੰ ਆਪਣੇ ਘਰ ਸੱਦਦੇ ਨੇ। ਲੋਕ ਸਮਾਗਮਾਂ 'ਚ ਸੱਦਦੇ, ਉਹ ਆਪਣੇ ਘਰ ਸੱਦਦੇ ਨੇ ਕਿ ਸਾਡੇ ਪਰਿਵਾਰ ਦੀ ਸਾਧ ਸੰਗਤ ਹੋ ਜਾਏ। ਤਾਂ ਕਿਉਂ? ਕਿਉਂਕਿ ਅਧਿਆਤਮਿਕ ਚਾਹ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਜੇਣ ਮਧਿ ਹਰ ਕੀਰਤਨ, ਉਹਨਾਂ ਨੂੰ ਪਤਾ ਹੈ ਇਹ ਸੁਹਾਵਣੇ ਹੋਣੇ ਹੀ ਉਦੋਂ ਨੇ ਜਦੋਂ ਇਹਦੇ ਅੰਦਰ ਕੀਰਤੀ ਚੱਲੇਗੀ। ਤਾਂ ਗੁਰੂ ਸਾਹਿਬ ਜੀ ਕਹਿੰਦੇ ਸੁੰਦਰ ਮੰਦਰ ਸੈਣਹ, ਜੇਣ ਮਧਿ ਹਰ ਕੀਰਤਨਹ, ਜਿੱਥੇ ਕੀਰਤਨ ਦੀ ਧੁਨ ਉਚਾਰੀ ਜਾਂਦੀ ਹੈ। ਤਾਂ ਬਾਬਾ ਫਰੀਦ ਸਾਹਿਬ ਜੀ ਦੇ ਜੀਵਨ ਦੀ ਘਟਨਾ ਆਪਦੇ ਸਨਮੁਖ ਰੱਖਾਂ। ਬਾਬਾ ਫਰੀਦ ਸਾਹਿਬ ਜੀ ਜਦ ਮੁਲਤਾਨ ਦੇ ਵਿੱਚ ਵਿੱਦਿਆ ਗ੍ਰਹਿਣ ਕਰਦੇ ਸਨ ਤਾਂ ਉਸ ਨਗਰ ਦੇ ਵਿੱਚ ਕੋਈ ਸੂਫੀ ਫਕੀਰ ਆਇਆ। ਤਾਂ ਸੂਫੀ ਫਕੀਰ ਉੱਥੇ ਆਇਆ, ਕਹਿਣ ਲੱਗਾ ਕਿ ਇੱਥੇ ਕੋਈ ਮੰਦਰ ਮਸਜਿਦ ਨਹੀਂ ਹੈ। ਕਹਿਣ ਲੱਗੇ ਜੀ ਨਹੀਂ, ਇਹ ਥੋੜ੍ਹਾ ਨਗਰ ਛੋਟਾ ਹੈ, ਇੱਥੋਂ ਦੇ ਲੋਕ ਅਜੇ ਸਧਾਰਨ ਨੇ, ਉਹਨਾਂ ਦਾ ਜੀਵਨ ਅਜੇ ਇੰਨਾ ਸਮਰੱਥ ਨਹੀਂ ਕਿ ਉਹ ਮੰਦਰ ਮਸਜਿਦ ਦਾ ਨਿਰਮਾਣ ਕਰ ਲੈਣ। ਕਹਿੰਦਾ ਕੋਈ ਬੰਦਗੀ ਕਰਨ ਵਾਲਾ ਬੰਦਾ ਹੋਵੇ। ਕਹਿੰਦੇ ਜੀ ਹਾਂ, ਇੱਕ ਕਾਜੀ ਦਾ ਬੱਚਾ ਹੈ, ਉਹਨੂੰ ਕਾਜੀ ਬੱਚਾ ਦੀਵਾਨਾ ਕਿਹਾ ਜਾਂਦਾ। ਬਾਬਾ ਫਰੀਦ ਸਾਹਿਬ ਜੀ ਦੇ ਬਚਪਨ ਦਾ ਨਾਮ ਕਾਜੀ ਬੱਚਾ ਦੀਵਾਨਾ ਕਿਹਾ ਜਾਂਦਾ ਹੈ। ਉਹ ਹਰ ਵੇਲੇ ਕੁਰਾਨ ਪੜ੍ਹਨ 'ਚ ਮਸਤ ਰਹਿੰਦਾ ਹੈ। ਤਾਂ ਉਹਦਾ ਘਰ ਉੱਥੇ ਜਾ ਕੇ, ਜਦੋਂ ਬਾਬਾ ਫਰੀਦ ਸਾਹਿਬ ਜੀ ਦੇ ਘਰ ਗਿਆ ਅਤੇ ਉੱਥੇ ਜਾ ਕੇ ਉਹਨੇ ਅੱਗੇ ਦੇਖਿਆ ਤਾਂ ਉਸ ਸੂਫੀ ਫਕੀਰ ਨੇ ਪਹਿਲਾਂ ਉਹਦੀ ਬਾਬਾ ਫਰੀਦ ਸਾਹਿਬ ਦੀ ਘਰ ਦੀ ਸਰਦਲ 'ਤੇ ਆਪਣਾ ਸਜਦਾ ਕੀਤਾ, ਫਿਰ ਅੰਦਰ ਜਾ ਕੇ ਉਹਨਾਂ ਦੇ ਪਿਤਾ ਨੂੰ ਮਿਲੇ, ਫਿਰ ਬਾਬਾ ਫਰੀਦ ਸਾਹਿਬ ਜੀ ਨੂੰ ਮਿਲੇ ਅਤੇ ਇੱਕ ਅਨਾਰ ਭੇਂਟ ਕੀਤਾ। ਤਾਂ ਉਹਦਾ ਭਾਵ ਕੀ ਹੈ ਕਿ ਭਾਵੇਂ ਇਸ ਨਗਰ ਦੇ ਵਿੱਚ ਮੰਦਰ ਮਸਜਿਦ ਨਹੀਂ ਹੈ, ਪਰ ਜਿੱਥੇ ਬੈਠ ਕੇ ਇਹਨਾਂ ਦਾ ਬੱਚਾ ਰੋਜ਼ਾਨਾ ਕੁਰਾਨ ਦੀ ਤਲਾਵਤ ਕਰਦਾ ਹੈ, ਕੁਰਾਨ ਦੀਆਂ ਆਇਤਾਂ ਦੇ ਨਾਲ ਇਹਨਾਂ ਦੇ ਘਰ ਦੀ ਆਬੋ ਹਵਾ ਅੱਲਾ ਦੀ ਇਬਾਦਤ ਭਰੀ ਰਹਿਮਤ ਮਰੀ ਹੋ ਗਈ ਹੈ ਅਤੇ ਇਹ ਘਰ ਹੀ ਮੰਦਰ ਬਣ ਗਿਆ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਇਸੇ ਪ੍ਰਕਾਰ ਹੁਣ ਗੁਰਬਾਣੀ 'ਚ ਨਾ ਇੱਕ ਵਾਕ ਆਉਂਦਾ ਹੈ, ਕੋਠੇ ਮੰਡਪ ਮਾੜੀਆਂ ਪਾਸੋਂ ਚਿਤਵੀਆਂ, ਢੱਠੀਆਂ ਕੰਮ ਨਾ ਆਵਨੀਆਂ ਵਿੱਚੋਂ ਸੱਖਣੀਆਂ। ਕਿ ਜੇ ਇਹਦੇ ਅੰਦਰ ਕੀਰਤਨ ਦੀ ਧੁਨ ਨਹੀਂ ਹੈ ਅਤੇ ਬਾਹਰੋਂ ਇਹਨੂੰ ਬੜੀ ਸੁੰਦਰਤਾ ਵਾਲੇ ਮੁਕਾਮਾਂ ਨਾਲ ਸਿਰਜਿਆ ਸ਼ਿੰਗਾਰਿਆ ਹੋਇਆ, ਤਾਂ ਗੁਰੂ ਸਾਹਿਬ ਜੀ ਕਹਿੰਦੇ ਕੋਈ ਅਰਥ ਨਹੀਂ, ਕਿਉਂਕਿ ਉੱਥੇ ਜੀਵ ਦਾ ਕਲਿਆਣ ਨਹੀਂ ਹੋ ਸਕੇਗਾ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਹਰ ਚਰਨ ਮੁਕਤੇ ਰਮਣ ਗੋਬਿੰਦ ਹੈ, ਨਾਨਕ ਲੱਭਦਿਆਂ ਬੜ ਭਾਗਣ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਦੂਜੀ ਗੱਲ, ਪਹਿਲਾਂ ਤਾਂ ਉਹ ਸੁਹਾਵਣੇ ਹੁੰਦੇ ਹਨ, ਦੂਜਾ ਮੁਕਤੇ ਰਮਣ ਗੋਬਿੰਦੇ, ਉੱਥੇ ਰਹਿਣ ਵਾਲੇ ਸਾਰੇ ਮੁਕਤ ਪੁਰਸ਼ ਹੋ ਜਾਂਦੇ ਹਨ। ਭਾਵ ਕਿ ਮਾਇਆ ਦੇ ਪ੍ਰਭਾਵ ਤੋਂ ਹੁਣ ਰੋਜ਼ਾਨਾ ਸਾਧ ਸੰਗਤ ਦਾ ਅਭਿਆਸ ਕਰਦੇ ਹਨ, ਕੀਰਤਨ ਦਾ ਗਾਇਨ ਹੁੰਦਾ ਹੈ। ਤਾਂ ਉਸ ਘਰ ਦੇ ਹੁਣ ਦੂਜੀ ਗੱਲ, ਜਦੋਂ ਅਸੀਂ ਕਿਸੇ ਥਾਂ 'ਤੇ ਸਾਧਨਾ ਕਰਦੇ ਹਾਂ ਤਾਂ ਉੱਥੋਂ ਦੀ ਜਿਹੜੀ ਵਾਈਬਰੇਟਿੰਗ ਹੈ ਉਹ ਬਦਲਦੀ ਹੈ। ਹਰਿਮੰਦਰ ਸਾਹਿਬ ਜਾ ਕੇ ਹਰ ਬੰਦਾ ਕਹਿੰਦਾ ਮੇਰਾ ਮਨ ਸਕੂਨ 'ਚ ਢਲ ਜਾਂਦਾ ਹੈ, ਉੱਥੇ ਜਾ ਕੇ ਮੈਨੂੰ ਇੱਕ ਡਿਵਾਈਨਨੈਸ ਦਾ ਜਿਹੜਾ ਅਹਿਸਾਸ ਹੁੰਦਾ। ਤਾਂ ਇਹਦਾ ਭਾਵ ਕੀ ਹੈ ਕਿ ਉੱਥੇ ਸਦ ਕੀਰਤਨ ਹੈ, ਉੱਥੇ ਦੂਜੀ ਗੱਲ ਕੋਈ ਹੈ ਹੀ ਨਹੀਂ। ਉੱਥੇ ਸਾਰਾ ਦਿਨ ਦੇਖੋ ਅੰਮ੍ਰਿਤ ਵੇਲੇ ਦੇ ਆਰੰਭ ਤੋਂ ਲੈ ਕੇ ਦੇਰ ਰਾਤ ਤੱਕ ਪਰਮੇਸ਼ਰ ਦੀ ਕੀਰਤੀ ਦਾ ਗਾਇਨ ਚੱਲਦਾ ਰਹਿੰਦਾ ਹੈ। ਤਾਂ ਜਦੋਂ ਉਹ ਕੀਰਤੀ ਦਾ ਗਾਇਨ ਚੱਲਦਾ ਹੈ ਅਤੇ ਉਹਨੂੰ ਉੱਥੋਂ ਦੇ ਆਲੇ ਦੁਆਲੇ ਨੂੰ ਜਿਹੜਾ ਅਧਿਆਤਮਿਕ ਜਿਹੜਾ ਸਕੂਨ ਹੈ, ਠਹਿਰਾਓ ਹੈ,
परम शांति ਉਹਦੇ ਨਾਲ ਆਲੇ ਦੁਆਲੇ ਦੀਆਂ ਤਰੰਗਾਂ ਨੂੰ ਇੰਨਾ ਚਾਰਜ ਕਰ ਦਿੱਤਾ ਹੈ ਕਿ ਕੋਈ ਨਾ ਸਾਧਨਾ ਵਾਲਾ ਵੀ ਜੀਵ ਉੱਥੇ ਜਾਂਦਾ ਹੈ ਤਾਂ ਉਹਦਾ ਮਨ ਸਹਿਜੇ ਹੀ ਸ਼ਾਂਤ ਰਸ ਦੇ ਵਿੱਚ ਢਲ ਜਾਂਦਾ। ਤਾਂ ਗੁਰੂ ਸਾਹਿਬ ਜੀ ਕਹਿੰਦੇ ਮੁਕਤੇ ਰਮਣ ਗੋਬਿੰਦ ਹੈ। ਅਤੇ ਜਿਹੜੇ ਇਸ ਭਾਵ ਦੇ ਵਿੱਚ ਪਰਮੇਸ਼ਰ ਦੀ ਕੀਰਤੀ ਕਰਦਿਆਂ ਆਪਣੇ ਸਰੀਰ ਮੰਦਰ ਨੂੰ ਵੀ ਸੋਹਣਾ ਬਣਾਉਂਦੇ ਨੇ ਅਤੇ ਘਰ ਮੰਦਰ ਨੂੰ ਵੀ ਸੋਹਣਾ ਬਣਾਉਂਦੇ ਨੇ, ਤਾਂ ਗੁਰੂ ਸਾਹਿਬ ਜੀ ਕਹਿੰਦੇ ਮੁਕਤੇ ਰਮਣ ਗੋਬਿੰਦ ਹੈ। ਪਰਮੇਸ਼ਰ ਗੋਪਾਲ ਦੀ ਕੀਰਤੀ ਕਰਨ ਕਰਕੇ ਤਾਂ ਗੁਰੂ ਸਾਹਿਬ ਜੀ ਕਹਿੰਦੇ ਨਾਨਕ ਲੱਭਦੇ ਅੰਗ ਬੜ ਭਾਗਣ ਹੈ। ਤਾਂ ਇਹ ਜਿਹੜੇ ਦੋਵੇਂ ਉੱਤਮ ਸਥਾਨ ਹਨ, ਭਾਵ ਕਿ ਘਰ ਦੇ ਵਿੱਚ ਵਿਆਪਕ ਪਰਮੇਸ਼ਰ ਦੀ ਕੀਰਤੀ ਕਰਨੀ ਅਤੇ ਆਪਣੇ ਸਰੀਰ ਮੰਦਰ ਦੇ ਵਿੱਚ ਕੀਰਤਨ ਦੀ ਧੁਨ ਉਜਾਗਰ ਕਰਨੀ, ਤਾਂ ਗੁਰੂ ਸਾਹਿਬ ਜੀ ਕਹਿੰਦੇ ਨਾਨਕ ਲੱਭਦੇ ਅੰਗ ਬੜ ਭਾਗਣ ਹੈ। ਇਹ ਦੋਵੇਂ ਗੱਲਾਂ ਬੜੇ ਉੱਤਮ ਯਤਨ ਕਰਕੇ ਬੜੇ ਉੱਤਮ ਭਾਗ ਹੋਣ ਉਹਨਾਂ ਦੇ ਨਾਲ ਮਿਲਦੀਆਂ ਹਨ। ਹੁਣ ਤਾਂ ਅਧਿਆਤਮਿਕ ਚਾਅ ਮਰਦੇ ਹੀ ਜਾ ਰਹੇ ਨੇ ਹੌਲੀ ਹੌਲੀ। ਪਹਿਲਾਂ ਕਿਤੇ ਜਿਵੇਂ ਪ੍ਰਭਾਤ ਫੇਰੀਆਂ ਜਾਂ ਨਗਰ ਕੀਰਤਨ ਜਾਂ ਕਿਸੇ ਸਮਾਗਮ ਰੂਪ ਦੇ ਸੰਗਤ ਹੋਣੀ, ਤਾਂ ਗੁਰਸਿੱਖਾਂ ਦਾ ਚਾਅ ਹੋਣਾ ਕਿ ਸਾਡੇ ਘਰੇ ਸੰਗਤ ਦੇ ਚਰਨ ਪੈਣ। ਉਹ ਸਾਰਾ ਯਤਨ ਮਤਲਬ ਇਹ ਸ਼ਹਿਰੀ ਸੁਸਾਇਟੀ ਦੇ ਕ੍ਰਾਈਸਿਸ ਨੇ ਜਿਹੜੇ ਗੁਰੂ ਘਰ ਨਾਲ ਜੁੜੇ ਹੋਏ ਨੇ, ਕਿ ਸਾਰਾ ਗੁਰੂ ਘਰ ਦੇ ਵਿੱਚ ਕਰ ਦਿੱਤਾ ਜਾਵੇ ਅਤੇ ਆਪਣੇ ਘਰ ਦਾ ਜਿਹੜਾ ਪਰਿਵਰਤਨ ਹੈ, ਜਿਹੜਾ ਗੁਰੂ ਚਰਨ ਛੋਹ ਦੇ ਨਾਲ ਹੋਣਾ, ਉਹਦੇ ਤੋਂ ਵਿਰਵੇ ਰਹਿ ਲਿਆ ਜਾਵੇ। ਅਤੇ ਇਹਦੇ ਵਿੱਚ ਹੀ ਆਪਣੇ ਆਪ ਨੂੰ ਸਿਆਣਾ ਮੰਨਿਆ ਜਾ ਰਿਹਾ। ਤਾਂ ਗੁਰੂ ਸਾਹਿਬ ਜੀ ਕਹਿੰਦੇ ਇਸੇ ਪ੍ਰਕਾਰ ਲੱਭਦੇ ਅੰਗ ਬੜ ਭਾਗਣੇ, ਇਹ ਉੱਤਮ ਭਾਗ ਹਨ, ਉੱਤਮ ਕੀਰਤੀ ਹੈ ਕਿ ਜਿਹਦੇ ਵਿੱਚ ਬੰਦਾ ਆਪਣੇ ਸਰੀਰ ਔਰ ਮੰਦਰ ਨੂੰ ਵੀ ਸੋਹਣਾ ਬਣਾ ਲਏ ਅਤੇ ਘਰ ਮੰਦਰ ਨੂੰ ਵੀ ਪਰਮੇਸ਼ਰ ਦੀ ਸਿਫਤ ਸਲਾਹ ਦੇ ਨਾਲ ਸ਼ਿੰਗਾਰ ਕੇ ਅਤੇ ਉਹਦਾ ਅਧਿਆਤਮਿਕ ਅਰਥ ਪੈਦਾ ਕਰ ਲਵੇ। ਤਾਂ ਗੁਰੂ ਸਾਹਿਬ ਜੀ ਕਹਿੰਦੇ ਇਸੇ ਪ੍ਰਕਾਰ ਜਦ ਆ ਪਿਛਲੇ ਸਾਲ 550 ਸਾਲਾ ਲੰਘਿਆ ਤਾਂ ਕਿਸੇ ਗੁਰਸਿੱਖ ਕੋਈ ਕਿਸੇ ਜਗ੍ਹਾ ਗੱਲ ਕਹਿ ਰਿਹਾ ਸੀ, ਕਹਿੰਦਾ 550 ਸਾਲ ਅਸੀਂ ਸਫ਼ਰ ਕਰ ਲਿਆ, ਤਾਂ ਹੁਣ ਸਾਡੀ ਸੋਝੀ ਪਤਾ ਕੀ ਹੋਣੀ ਚਾਹੀਦੀ ਸੀ ਕਿ ਸਾਡੇ ਜਿੱਥੇ ਅਸੀਂ ਰਹਿ ਰਹੇ ਹਾਂ ਸਾਡਾ ਘਰ ਗੁਰਦੁਆਰਾ ਬਣ ਜਾਏ। ਲੋੜਵੰਦ ਨੂੰ ਪਤਾ ਹੋਵੇ ਕਿ ਜੇ ਨਹੀਂ ਗੁਰਦੁਆਰੇ ਕਿਤੇ ਨੇੜੇ ਮਿਲ ਰਿਹਾ ਤਾਂ ਇਸ ਘਰ ਵਿੱਚੋਂ ਭੋਜਨ ਮਿਲੇਗਾ, ਜੇ ਨਹੀਂ ਕਿਤੇ ਸਤ ਸੰਗਤ ਦੀ ਚਰਚਾ ਮਿਲ ਰਹੀ ਇਸ ਘਰ ਦੇ ਪਰਿਵਾਰ ਦੇ ਜੀਆਂ ਜਾ ਕੇ ਬੈਠ ਜਾਂ ਬਣ ਜਾਏਗੀ। ਏਡੇ ਵੱਡੇ ਅਰਥਾਂ ਦੇ ਵਿੱਚ ਆਪਣੇ ਘਰ ਪਰਿਵਾਰ ਮਾਹੌਲ ਸਿਰਜਣਾ ਪਏਗਾ, ਤਾਂ ਗੁਰੂ ਨਾਨਕ ਦੀ ਗੁਰਸਿੱਖੀ ਦੀ ਸਾਧਨਾ ਪੂਰੀ ਹੋਏਗੀ। ਤਾਂ ਗੁਰੂ ਅਰਜਨ ਸਾਹਿਬ ਜੀ 2 ਸਲੋਕਾਂ ਦੁਆਰਾ ਬਖਸ਼ਿਸ਼ ਕਰਦੇ ਹਨ, ਗੁਰਮੁਖਾਂ ਦੇ ਉੱਤਮ ਬਚਨ ਜੀਵਨ ਦੀ ਕਲਿਆਣ ਕਰਦੇ ਹਨ, ਬਸ਼ਰਤੇ ਕਿ ਸਾਨੂੰ ਬਚਨ ਕਮਾਉਣ ਦਾ ਚਾਅ ਹੋਵੇ। ਤਾਂ ਇਸੇ ਪ੍ਰਕਾਰ ਸਾਡੇ ਘਰ ਸੁੰਦਰ ਸਰੀਰ ਮੰਦਰਾਂ ਦਾ ਜਿਹੜਾ ਸਥਾਨ ਹੈ ਉਹਨੂੰ ਅਸੀਂ ਬਾਹਰੀ ਸ਼ੋਭਾ ਦੀ ਬਜਾਏ ਅੰਦਰੂਨੀ ਪਰਮੇਸ਼ਰ ਦੀ ਕੀਰਤੀ ਸਿਫਤ ਸਲਾਹ ਦੇ ਨਾਲ ਉਸ ਘਰ ਦੀ ਜਿਹੜੀ ਸ਼ੋਭਾ ਹੈ ਉਹਨੂੰ ਨੂਰੋ ਨੂਰ ਕਰੀਏ ਅਤੇ ਗੁਰੂ ਕੀ ਕਿਰਪਾ ਦੇ ਪਾਤਰ ਬਣੀ। ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਕਿਰਪਾ ਕਰਨ, ਪਾਵਨ ਸਲੋਕਾਂ ਦਾ ਭਾਵ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਅੰਦਰ ਵਸ ਜਾਏ ਜੀ। ਸਾਰਿਆਂ ਦਾ ਇੱਥੇ ਆਇਆ ਸਫਲਾ ਹੋਵੇ ਜੀ। ਪਾਵਨ ਲੜੀਵਾਰ ਬਾਣੀ ਦੀ ਵਿਆਖਿਆ ਦੀ ਆਪ ਜੀ ਦੇ ਨਾਲ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜਾਚਨਾ ਜੀ। ਬੜੇ ਅਦਬ ਸਹਿਤ ਗੱਜ ਕੇ ਫਤਿਹ ਅਰਜ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।